किताब ਅਲਕੋਹਲਿਕਸ ਅਨੋਨਿਮਸ ਚੈਪਟਰ ਚੌਥਾ ਅਸੀਂ ਭੌਤਿਕਵਾਦੀ। ਪਿਛਲੇ ਚੈਪਟਰਾਂ ਵਿੱਚ ਤੁਸੀਂ ਸ਼ਰਾਬੀਪਣ ਬਾਰੇ ਕੁਝ ਜਾਣ ਚੁੱਕੇ ਹੋ। ਸਾਨੂੰ ਆਸ ਹੈ ਕਿ ਅਸੀਂ ਸ਼ਰਾਬੀ ਅਤੇ ਨਾ ਸ਼ਰਾਬੀ ਦੇ ਵਿਚਕਾਰ ਫਰਕ ਸਪਸ਼ਟ ਕਰ ਚੁੱਕੇ ਹਾਂ। ਜੇ ਤੁਸੀਂ ਇਮਾਨਦਾਰੀ ਨਾਲ ਚਾਹੁੰਦਿਆਂ ਹੋਇਆਂ ਵੀ ਪੂਰੀ ਤਰ੍ਹਾਂ ਛੱਡ ਨਹੀਂ ਸਕਦੇ ਜਾਂ ਪੀਂਦਿਆਂ ਹੋਇਆਂ ਪੀਣ ਦੀ ਮਾਤਰਾ 'ਤੇ ਤੁਹਾਡਾ ਕੋਈ ਕਾਬੂ ਨਹੀਂ ਰਹਿੰਦਾ, ਤਾਂ ਸੰਭਾਵਨਾ ਹੈ ਕਿ ਤੁਸੀਂ ਸ਼ਰਾਬੀ ਹੋ। ਜੇ ਇਹ ਗੱਲ ਹੈ ਤਾਂ ਸ਼ਾਇਦ ਤੁਸੀਂ ਉਸ ਬਿਮਾਰੀ ਤੋਂ ਪੀੜਤ ਹੋ ਜਿਸ ਨੂੰ ਕੇਵਲ ਅਧਿਆਤਮਿਕ ਹੱਲ ਹੀ ਜਿੱਤ ਸਕੇਗਾ। ਉਸ ਵਿਅਕਤੀ ਨੂੰ ਜੋ ਆਪਣੇ ਆਪ ਨੂੰ ਨਾਸਤਿਕ ਜਾਂ ਭੌਤਿਕਵਾਦੀ ਸਮਝਦਾ ਹੈ, ਇਹ ਤਜਰਬਾ ਅਸੰਭਵ ਜਾਪਦਾ ਹੈ, ਪਰ ਉਸ ਲਈ ਐਵੇਂ ਹੀ ਪੀਂਦੇ ਰਹਿਣ ਦਾ ਮਤਲਬ ਹੈ ਤਬਾਹੀ, ਖਾਸ ਕਰਕੇ ਜੇ ਉਹ ਇੱਕ ਬੇਆਸ ਕਿਸਮ ਦਾ ਸ਼ਰਾਬੀ ਹੈ। ਸ਼ਰਾਬੀ ਦੀ ਮੌਤ ਮਰਨਾ ਜਾਂ ਅਧਿਆਤਮਿਕ ਆਧਾਰ 'ਤੇ ਜੀਣਾ ਇਹੋ ਜਿਹੇ ਫੈਸਲੇ ਹਨ ਜਿਨ੍ਹਾਂ ਦਾ ਸਾਹਮਣਾ ਕਰਨਾ ਹਮੇਸ਼ਾ ਹੀ ਸੌਖਾ ਨਹੀਂ ਹੁੰਦਾ, ਪਰ ਇਹ ਇੰਨਾ ਔਖਾ ਵੀ ਨਹੀਂ। ਸਾਡੀ ਮੂੜ ਸੰਸਥਾ ਦੇ ਅੱਧੇ ਵਿਅਕਤੀ ਬਿਲਕੁਲ ਅਜਿਹੀ ਕਿਸਮ ਦੇ ਸਨ। ਸ਼ੁਰੂ ਵਿੱਚ ਸਾਡੇ ਵਿੱਚੋਂ ਕੁਝ ਨੇ ਇਸ ਮਸਲੇ ਨੂੰ ਟਾਲਣਾ ਚਾਹਿਆ, ਝੂਠੀ ਆਸ ਕਰਦਿਆਂ ਹੋਇਆਂ ਕਿ ਅਸੀਂ ਅਸਲ ਸ਼ਰਾਬੀ ਨਹੀਂ। ਪਰ ਕੁਝ ਚਿਰ ਬਾਅਦ ਸਾਨੂੰ ਇਸ ਸੱਚਾਈ ਦਾ ਸਾਹਮਣਾ ਕਰਨਾ ਹੀ ਪਿਆ ਕਿ ਸਾਨੂੰ ਜਿਉਣ ਦਾ ਅਧਿਆਤਮਿਕ ਆਧਾਰ ਲੱਭਣਾ ਹੀ ਪਵੇਗਾ, ਨਹੀਂ ਤਾਂ ਸ਼ਾਇਦ ਤੁਹਾਡੇ ਨਾਲ ਵੀ ਇਸੇ ਤਰ੍ਹਾਂ ਹੀ ਹੋਵੇ। ਪਰ ਹੌਸਲਾ ਨਾ ਛੱਡੋ। ਸਾਡੇ ਵਿੱਚੋਂ ਲਗਭਗ ਅੱਧਿਆਂ ਨੇ ਇਹ ਸੋਚਿਆ ਸੀ ਕਿ ਅਸੀਂ ਭੌਤਿਕਵਾਦੀ ਜਾਂ ਨਾਸਤਿਕ ਸੀ। ਸਾਡਾ ਤਜਰਬਾ ਦੱਸਦਾ ਹੈ ਕਿ ਤੁਹਾਨੂੰ ਪਰੇਸ਼ਾਨ ਹੋਣ ਦੀ ਕੋਈ ਲੋੜ ਨਹੀਂ। ਜੇ ਸਿਰਫ ਨੈਤਿਕਤਾ ਦੇ ਕੁਝ ਅਸੂਲ ਜਾਂ ਜ਼ਿੰਦਗੀ ਦੀ ਵਧੀਆ ਫਿਲਾਸਫੀ ਹੀ ਸ਼ਰਾਬੀਪਣ 'ਤੇ ਕਾਬੂ ਪਾਉਣ ਲਈ ਕਾਫੀ ਹੁੰਦੀ, ਤਾਂ ਸਾਡੇ ਵਿੱਚੋਂ ਕਈ ਕਦੋਂ ਦੇ ਠੀਕ ਹੋ ਚੁੱਕੇ ਹੁੰਦੇ। ਪਰ ਅਸੀਂ ਵੇਖਿਆ ਹੈ ਕਿ ਭਾਵੇਂ ਅਸੀਂ ਕਿੰਨੀ ਵੀ ਕੋਸ਼ਿਸ਼ ਕਿਉਂ ਨਾ ਕੀਤੀ ਹੋਵੇ, ਅਜਿਹੇ ਅਸੂਲ ਅਤੇ ਫਲਸਫੇ ਸਾਨੂੰ ਬਚਾ ਨਹੀਂ ਸਕੇ। ਅਸੀਂ ਨੈਤਿਕ ਹੋਣ ਦੇ ਚਾਹਵਾਨ ਹੋ ਸਕਦੇ ਸੀ। ਅਸੀਂ ਫਲਸਫੇ ਨਾਲ ਸੌਖੇ ਹੋਣ ਦੀ ਚਾਹਨਾ ਕਰ ਸਕਦੇ ਸੀ। ਅਸਲ ਵਿੱਚ ਅਸੀਂ ਇਹਨਾਂ ਚੀਜ਼ਾਂ ਨੂੰ ਹਾਸਲ ਕਰਨ ਲਈ ਪੂਰੇ ਜ਼ੋਰ ਨਾਲ ਚਾਹ ਸਕਦੇ ਸੀ, ਪਰ ਸਾਡੇ ਕੋਲ ਲੋੜੀਂਦੀ ਤਾਕਤ ਨਹੀਂ ਸੀ। ਸਾਡੀ ਇੱਛਾ ਸ਼ਕਤੀ ਅਨੁਸਾਰ ਚੱਲਣ ਵਾਲੇ ਮਨੁੱਖੀ ਜ਼ਰੀਏ ਕਾਫੀ ਨਹੀਂ ਸਨ। ਉਹ ਪੂਰੀ ਤਰ੍ਹਾਂ ਨਾਕਾਮ ਹੋਏ। ਸ਼ਕਤੀ ਦੀ ਘਾਟ ਹੀ ਸਾਡੀ ਦੁਵਿਧਾ ਸੀ। ਸਾਨੂੰ ਇੱਕ ਅਜਿਹੀ ਸ਼ਕਤੀ ਲੱਭਣ ਦੀ ਲੋੜ ਸੀ ਜਿਸ ਦੇ ਆਸਰੇ ਅਸੀਂ ਜੀ ਸਕਦੇ, ਅਤੇ ਉਹ ਹਰ ਹਾਲਤ ਵਿੱਚ ਸਾਡੇ ਤੋਂ ਵੱਡੀ ਸ਼ਕਤੀ ਹੋਣੀ ਚਾਹੀਦੀ ਸੀ। ਯਕੀਨਨ ਹੀ, ਪਰ ਅਸੀਂ ਅਜਿਹੀ ਸ਼ਕਤੀ ਨੂੰ ਕਿਵੇਂ ਅਤੇ ਕਿੱਥੋਂ ਭਾਲਦੇ? ਜੀ ਹਾਂ, ਇਹ ਕਿਤਾਬ ਬਿਲਕੁਲ ਇਸ ਸੰਬੰਧ ਵਿੱਚ ਹੀ ਹੈ। ਇਸ ਦਾ ਮੁੱਖ ਉਦੇਸ਼ ਤੁਹਾਨੂੰ ਇਸ ਕਾਬਲ ਬਣਾਉਣਾ ਹੈ ਕਿ ਤੁਸੀਂ ਆਪਣੇ ਆਪ ਨਾਲੋਂ ਇੱਕ ਵੱਡੀ ਸ਼ਕਤੀ ਨੂੰ ਲੱਭ ਸਕੋ ਜਿਹੜੀ ਤੁਹਾਡੀ ਮੁਸ਼ਕਿਲ ਹੱਲ ਕਰ ਦੇਵੇਗੀ। ਇਸ ਦਾ ਮਤਲਬ ਇਹ ਹੋਇਆ ਕਿ ਅਸੀਂ ਉਹ ਕਿਤਾਬ ਲਿਖੀ ਹੈ ਜੋ ਸਾਨੂੰ ਵਿਸ਼ਵਾਸ ਹੈ ਕਿ ਅਧਿਆਤਮਿਕ ਹੋਣ ਦੇ ਨਾਲ-ਨਾਲ ਨੈਤਿਕ ਵੀ ਹੈ, ਅਤੇ ਇਸ ਦਾ ਮਤਲਬ ਹੈ ਕਿ ਅਸੀਂ ਹੁਣ ਯਕੀਨਨ ਰੱਬ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਇੱਥੇ ਭੌਤਿਕਵਾਦੀਆਂ ਨੂੰ ਮੁਸ਼ਕਿਲ ਆਉਂਦੀ ਹੈ। ਕਈ ਵਾਰੀ ਜਦ ਅਸੀਂ ਨਵੇਂ ਵਿਅਕਤੀ ਨਾਲ ਉਸ ਦੇ ਸ਼ਰਾਬੀਪਣ ਦੀ ਸਮੱਸਿਆ ਬਾਰੇ ਗੱਲ ਕਰਦੇ ਹਾਂ ਅਤੇ ਆਪਣੀ ਸੰਸਥਾ ਬਾਰੇ ਦੱਸਦੇ ਹਾਂ, ਤਾਂ ਉਸ ਦੀ ਠੀਕ ਹੋਣ ਦੀ ਆਸ ਵੱਧਦੀ ਵੇਖਦੇ ਹਾਂ। ਪਰ ਜਦੋਂ ਅਸੀਂ ਅਧਿਆਤਮਿਕ ਮਾਮਲਿਆਂ ਬਾਰੇ ਗੱਲ ਕਰਦੇ ਹਾਂ ਤਾਂ ਉਸ ਦਾ ਮੂੰਹ ਉਤਰ ਜਾਂਦਾ ਹੈ, ਖਾਸ ਕਰਕੇ ਜਦੋਂ ਅਸੀਂ ਰੱਬ ਦਾ ਜ਼ਿਕਰ ਕਰਦੇ ਹਾਂ, ਕਿਉਂਕਿ ਅਸੀਂ ਉਹ ਮਸਲਾ ਦੁਬਾਰਾ ਸ਼ੁਰੂ ਕਰ ਦਿੱਤਾ ਹੈ ਜਿਸ ਨੂੰ ਉਸ ਵਿਅਕਤੀ ਨੇ ਸੋਚਿਆ ਸੀ ਕਿ ਉਹ ਸਫਾਈ ਨਾਲ ਪੂਰੀ ਤਰ੍ਹਾਂ ਟਾਲ ਚੁੱਕਿਆ ਹੈ, ਜਾਂ ਜਿਸ ਵੱਲ ਉਸਨੇ ਕਦੇ ਵੀ ਧਿਆਨ ਨਹੀਂ ਦਿੱਤਾ। ਅਸੀਂ ਜਾਣਦੇ ਹਾਂ ਕਿ ਉਹ ਕਿਵੇਂ ਮਹਿਸੂਸ ਕਰਦਾ ਹੈ। ਅਸੀਂ ਉਸ ਦੀ ਪਹਿਲੀ ਬਣੀ ਧਾਰਨਾ ਅਤੇ ਸਹੀ ਸ਼ੱਕ ਬਾਰੇ ਸਾਂਝ ਕਰ ਚੁੱਕੇ ਹਾਂ। ਸਾਡੇ ਵਿੱਚੋਂ ਕੁਝ ਹਿੰਸਾਤਮਕ ਹੱਦ ਤੱਕ ਧਰਮ ਵਿਰੋਧੀ ਰਹੇ ਹਨ। ਦੂਜੇ ਲੋਕਾਂ ਲਈ ਰੱਬ ਸ਼ਬਦ ਦਾ ਉਹ ਅਰਥ ਹੈ ਜਿਸ ਨਾਲ ਉਹਨਾਂ ਦੇ ਬਚਪਨ ਵਿੱਚ ਕਿਸੇ ਨੇ ਰੱਬ ਦੀ ਵਡਿਆਈ ਨਾਲ ਉਹਨਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਸੀ। ਸ਼ਾਇਦ ਅਸੀਂ ਇਸ ਧਾਰਨਾ ਨੂੰ ਇਸ ਕਰਕੇ ਨਕਾਰ ਦਿੱਤਾ ਕਿਉਂਕਿ ਇਹ ਸਾਨੂੰ ਕਮਜ਼ੋਰ ਜਾਪਦੀ ਸੀ। ਇੰਜ ਨਕਾਰਨ ਨਾਲ ਸਾਡਾ ਖਿਆਲ ਸੀ
ਕਿ ਅਸੀਂ ਰੱਬ ਦੀ ਧਾਰਨਾ ਨੂੰ ਪੂਰੀ ਤਰ੍ਹਾਂ ਛੱਡ ਚੁੱਕੇ ਹਾਂ। ਅਸੀਂ ਇਸ ਖਿਆਲ ਤੋਂ ਪਰੇਸ਼ਾਨ ਸੀ ਕਿ ਆਪਣੀ ਪਹੁੰਚ ਤੋਂ ਬਾਹਰ ਦੀ ਤਾਕਤ 'ਤੇ ਵਿਸ਼ਵਾਸ ਅਤੇ ਨਿਰਭਰਤਾ ਕੁਝ ਕਮਜ਼ੋਰੀ ਸੀ, ਇੱਥੋਂ ਤੱਕ ਕਿ ਬੁਜ਼ਦਿਲੀ ਵੀ। ਅਸੀਂ ਇਸ ਦੁਨੀਆ ਦੇ ਲੜਦੇ ਝਗੜਦੇ ਲੋਕਾਂ, ਧਰਮਾਂ ਦੇ ਆਪਸੀ ਕਲੇਸ਼ਾਂ ਅਤੇ ਵਿਆਖਿਆ ਤੋਂ ਪਰੇ ਦੀ ਤਬਾਹੀ ਨੂੰ ਡੂੰਘੇ ਸ਼ੱਕ ਨਾਲ ਵੇਖਦੇ। ਅਸੀਂ ਉਹਨਾਂ ਲੋਕਾਂ ਨੂੰ ਜਿਹੜੇ ਰੱਬੀ ਹੋਣ ਦਾ ਦਾਅਵਾ ਕਰਦੇ ਹੋਣ ਬੜੇ ਸ਼ੱਕ ਦੀ ਨਿਗਾਹ ਨਾਲ ਦੇਖਦੇ। ਇਹਨਾਂ ਸਾਰੀਆਂ ਗੱਲਾਂ ਦਾ ਉਸ ਪਰਮ ਹੋਂਦ ਨਾਲ ਕੀ ਲੈਣਾ ਦੇਣਾ? ਇਹਨਾਂ ਸਾਰੀਆਂ ਗੱਲਾਂ ਦਾ ਉਸ ਪਰਮ ਹੋਂਦ ਨਾਲ ਕੀ ਲੈਣਾ ਦੇਣਾ? ਅਤੇ ਉਸ ਪਰਮ ਹੋਂਦ ਨੂੰ ਕਿਵੇਂ ਕੋਈ ਪੂਰੀ ਤਰ੍ਹਾਂ ਸਮਝ ਸਕਦਾ ਹੈ? ਇਸ ਦੇ ਬਾਵਜੂਦ ਕਈ ਵਾਰ ਤਾਰਿਆਂ ਭਰੀ ਰਾਤ 'ਤੇ ਮੋਹਿਤ ਹੋ ਕੇ ਅਸੀਂ ਆਪਣੇ ਆਪ ਨੂੰ ਇਹ ਸੋਚਦਿਆਂ ਪਾਇਆ ਕਿ ਫਿਰ ਇਹ ਸਭ ਕੁਝ ਕਿਸ ਨੇ ਬਣਾਇਆ। ਉਸ ਵੇਲੇ ਸੰਸੋਪਜ ਅਤੇ ਹੈਰਾਨਗੀ ਦੀ ਭਾਵਨਾ ਹੁੰਦੀ, ਜੋ ਕੁਝ ਚਿਰ ਹੀ ਰਹਿੰਦੀ ਅਤੇ ਛੇਤੀ ਹੀ ਗਾਇਬ ਹੋ ਜਾਂਦੀ। ਹਾਂ, ਸਾਨੂੰ ਜੋ ਭੌਤਿਕਵਾਦੀ ਸੁਭਾਅ ਦੇ ਹਾਂ, ਇਹ ਵਿਚਾਰ ਆਏ ਅਤੇ ਤਜਰਬੇ ਹੋਏ। ਆਓ ਅਸੀਂ ਛੇਤੀ ਤੁਹਾਨੂੰ ਮੁੜ ਭਰੋਸਾ ਦਿਵਾਈਏ। ਅਸੀਂ ਵੇਖਿਆ ਹੈ ਕਿ ਜਦ ਅਸੀਂ ਪੁਰਾਣੀਆਂ ਧਾਰਨਾਵਾਂ ਨੂੰ ਛੱਡਣ ਦੇ ਕਾਬਲ ਹੋਏ ਅਤੇ ਆਪਣੇ ਤੋਂ ਵੱਡੀ ਸ਼ਕਤੀ ਵਿੱਚ ਵਿਸ਼ਵਾਸ ਰੱਖਣ ਦੀ ਇੱਛਾ ਜ਼ਾਹਰ ਕੀਤੀ, ਤਾਂ ਸਾਨੂੰ ਨਤੀਜੇ ਮਿਲਣੇ ਸ਼ੁਰੂ ਹੋ ਜਾਂਦੇ ਸਨ, ਭਾਵੇਂ ਸਾਡੇ ਲਈ ਉਸ ਸ਼ਕਤੀ ਦੀ ਪੂਰੀ ਤਰ੍ਹਾਂ ਪਰਿਭਾਸ਼ਾ ਦੇਣਾ ਜਾਂ ਉਸ ਨੂੰ ਸਮਝਣਾ, ਜਿਹੜੀ ਕਿ ਰੱਬ ਹੈ, ਅਸੰਭਵ ਸੀ। ਸਾਨੂੰ ਉਦੋਂ ਰਾਹਤ ਮਿਲੀ ਜਦ ਸਾਨੂੰ ਪਤਾ ਚੱਲਿਆ ਕਿ ਸਾਡਾ ਕਿਸੇ ਦੂਜੇ ਵਿਅਕਤੀ ਦੀ ਰੱਬ ਪ੍ਰਤੀ ਧਾਰਨਾ ਨੂੰ ਸਮਝਣਾ ਜ਼ਰੂਰੀ ਨਹੀਂ ਸੀ। ਸਾਡੀ ਆਪਣੀ ਧਾਰਨਾ ਕਿੰਨੀ ਵੀ ਅਧੂਰੀ ਕਿਉਂ ਨਾ ਹੋਵੇ, ਉਹ ਸ਼ੁਰੂਆਤ ਕਰਨ ਲਈ ਅਤੇ ਰੱਬ ਨਾਲ ਸੰਪਰਕ ਬਣਾਉਣ ਲਈ ਕਾਫੀ ਸੀ। ਜਿਉਂ ਹੀ ਅਸੀਂ ਉਸ ਸਿਰਜਣਹਾਰ ਸ਼ਕਤੀ ਦੀ ਹੋਂਦ ਦੀ ਸੰਭਾਵਨਾ ਬਾਰੇ ਮੰਨਿਆ, ਜੋ ਕਿ ਇਸ ਬ੍ਰਹਿਮੰਡ ਦੀ ਆਤਮਾ ਹੈ ਅਤੇ ਕੁੱਲ ਹੋਂਦ ਦਾ ਆਧਾਰ ਹੈ, ਸਾਨੂੰ ਇੱਕ ਸ਼ਕਤੀ ਅਤੇ ਦਿਸ਼ਾ ਦੀ ਪ੍ਰਾਪਤੀ ਦਾ ਨਵਾਂ ਅਹਿਸਾਸ ਹੋਣਾ ਸ਼ੁਰੂ ਹੋਇਆ। ਬੇਸ਼ਰਤੇ ਅਸੀਂ ਕੁਝ ਹੋਰ ਸਧਾਰਨ ਕਦਮ ਵੀ ਚੁੱਕਦੇ। ਅਸੀਂ ਵੇਖਿਆ ਹੈ ਕਿ ਰੱਬ ਆਪਣੇ ਲੱਭਣ ਵਾਲਿਆਂ ਲਈ ਬਹੁਤ ਸਖਤ ਸ਼ਰਤਾਂ ਨਹੀਂ ਰੱਖਦਾ। ਸਾਡੇ ਲਈ ਉਸ ਪਰਮ ਸ਼ਕਤੀ ਦਾ ਦਾਇਰਾ ਬਹੁਤ ਵਿਸ਼ਾਲ ਹੈ, ਜਿੱਥੇ ਸਭ ਲਈ ਥਾਂ ਹੈ, ਜਿਸ ਵਿੱਚ ਸਭ ਕੁਝ ਸਮਾਇਆ ਹੋਇਆ ਹੈ, ਅਤੇ ਜੋ ਉਸ ਨੂੰ ਸੱਚੇ ਦਿਲੋਂ ਚਾਹੁੰਦੇ ਹਨ, ਉਹਨਾਂ ਨੂੰ ਉਹ ਕਦੇ ਵੀ ਇਨਕਾਰ ਨਹੀਂ ਕਰਦਾ ਅਤੇ ਨਾ ਹੀ ਵਿਸਾਰਦਾ ਹੈ। ਸਾਨੂੰ ਵਿਸ਼ਵਾਸ ਹੈ ਕਿ ਉਸ ਦਾ ਦਰ ਸਭ ਲਈ ਖੁੱਲ੍ਹਾ ਹੈ। ਇਸ ਲਈ ਜਦੋਂ ਵੀ ਅਸੀਂ ਤੁਹਾਡੇ ਨਾਲ ਰੱਬ ਦਾ ਜ਼ਿਕਰ ਕਰਦੇ ਹਾਂ, ਤਾਂ ਸਾਡਾ ਮਤਲਬ ਹੈ ਤੁਹਾਡੀ ਆਪਣੀ ਹੀ ਧਾਰਨਾ ਦਾ ਰੱਬ। ਇਹ ਗੱਲ ਇਸ ਕਿਤਾਬ ਵਿੱਚ ਦੱਸੇ ਹੋਰ ਅਧਿਆਤਮਿਕ ਵਿਚਾਰਾਂ ਬਾਰੇ ਵੀ ਲਾਗੂ ਹੁੰਦੀ ਹੈ। ਅਧਿਆਤਮਿਕ ਪਹਿਲੂਆਂ ਪ੍ਰਤੀ ਮਨ ਵਿੱਚ ਬੈਠੀਆਂ ਪੁਰਾਣੀਆਂ ਧਾਰਨਾਵਾਂ ਨੂੰ ਰੁਕਾਵਟ ਨਾ ਬਣਨ ਦਿਓ, ਤਾਂ ਜੋ ਤੁਸੀਂ ਇਮਾਨਦਾਰੀ ਨਾਲ ਆਪਣੇ ਆਪ ਤੋਂ ਪੁੱਛ ਸਕੋ ਕਿ ਇਹਨਾਂ ਪਹਿਲੂਆਂ ਦਾ ਤੁਹਾਡੇ ਲਈ ਕੀ ਮਤਲਬ ਹੈ। ਸ਼ੁਰੂ ਵਿੱਚ ਅਧਿਆਤਮਿਕ ਵਿਕਾਸ ਲਈ ਇਹੋ ਹੀ ਲੋੜੀਂਦਾ ਸੀ, ਤਾਂ ਜੋ ਉਸ ਰੱਬ ਨਾਲ, ਜਿਵੇਂ ਅਸੀਂ ਉਸ ਨੂੰ ਸਮਝਦੇ ਸੀ, ਪਹਿਲਾਂ ਸੁਚੇਤ ਸੰਬੰਧ ਬਣਾ ਸਕੀਏ। ਬਾਅਦ ਵਿੱਚ ਅਸੀਂ ਉਹਨਾਂ ਕਈ ਗੱਲਾਂ ਨੂੰ ਜੋ ਉਸ ਸਮੇਂ ਪਹੁੰਚ ਤੋਂ ਬਿਲਕੁਲ ਬਾਹਰ ਜਾਪਦੀਆਂ ਸਨ, ਸਵੀਕਾਰ ਕਰ ਲਿਆ। ਇਹ ਵਿਕਾਸ ਸੀ, ਪਰ ਇਸ ਵਿਕਾਸ ਲਈ ਵੀ ਕਿਤੋਂ ਤਾਂ ਸ਼ੁਰੂਆਤ ਕਰਨੀ ਹੀ ਸੀ। ਇਸ ਲਈ ਅਸੀਂ ਆਪਣੀ ਹੀ ਧਾਰਨਾ ਦਾ ਇਸਤੇਮਾਲ ਕੀਤਾ, ਭਾਵੇਂ ਉਹ ਕਿੰਨੀ ਸੀਮਤ ਹੀ ਸੀ। ਸਾਨੂੰ ਆਪਣੇ ਆਪ ਨੂੰ ਇੱਕ ਛੋਟਾ ਜਿਹਾ ਸਵਾਲ ਪੁੱਛਣ ਦੀ ਲੋੜ ਸੀ, ਕੀ ਮੈਂ ਹੁਣ ਇਹ ਯਕੀਨ ਕਰਦਾ ਹਾਂ, ਜਾਂ ਇਹ ਯਕੀਨ ਕਰਨ ਲਈ ਤਿਆਰ ਹਾਂ ਕਿ ਮੇਰੇ ਤੋਂ ਵੱਡੀ ਕੋਈ ਸ਼ਕਤੀ ਹੈ? ਜਿਉਂ ਹੀ ਕੋਈ ਵਿਅਕਤੀ ਇਹ ਕਹਿ ਸਕਦਾ ਹੈ ਕਿ ਉਹ ਵਿਸ਼ਵਾਸ ਰੱਖਦਾ ਹੈ ਜਾਂ ਇਸ ਲਈ ਇੱਛੁਕ ਹੈ, ਅਸੀਂ ਦਾਅਵੇ ਨਾਲ ਉਸ ਨੂੰ ਭਰੋਸਾ ਦਿਵਾ ਸਕਦੇ ਹਾਂ ਕਿ ਉਹ ਸਹੀ ਰਸਤੇ 'ਤੇ ਚੱਲ ਪਿਆ ਹੈ। ਇਹ ਸਾਡੇ ਵਿੱਚ ਬਾਰ-ਬਾਰ ਸਾਬਤ ਹੋ ਚੁੱਕਾ ਹੈ ਕਿ ਇਸ ਸਧਾਰਨ ਨੀਂਹ ਪੱਥਰ ਉੱਤੇ ਇੱਕ ਬਹੁਤ ਹੀ ਪ੍ਰਭਾਵਸ਼ਾਲੀ ਅਧਿਆਤਮਿਕ ਢਾਂਚਾ ਖੜਾ ਕੀਤਾ ਜਾ ਸਕਦਾ ਹੈ। ਇਹ ਸਾਡੇ ਲਈ ਬਹੁਤ ਵੱਡੀ ਖਬਰ ਸੀ, ਕਿਉਂਕਿ ਅਸੀਂ ਇਹ ਮੰਨ ਚੁੱਕੇ ਸੀ ਕਿ ਜਦ ਤੱਕ ਅਸੀਂ ਵਿਸ਼ਵਾਸ 'ਤੇ ਆਧਾਰਿਤ ਕਈ ਚੀਜ਼ਾਂ ਨੂੰ ਸਵੀਕਾਰ ਨਹੀਂ ਕਰਦੇ, ਜਿਨ੍ਹਾਂ ਨੂੰ ਮੰਨਣਾ ਮੁਸ਼ਕਿਲ ਜਾਪਦਾ ਸੀ, ਅਸੀਂ ਅਧਿਆਤਮਿਕ ਅਸੂਲਾਂ ਦਾ ਲਾਭ ਨਹੀਂ ਉਠਾ ਸਕਦੇ। ਜਦੋਂ ਲੋਕਾਂ ਨੇ ਅਧਿਆਤਮਿਕ ਧਾਰਨਾਵਾਂ ਸਾਡੇ ਸਾਹਮਣੇ ਰੱਖੀਆਂ, ਅਕਸਰ ਕਿੰਨੀ ਵਾਰੀ ਅਸੀਂ ਇਹ ਕਿਹਾ, ਕਾਸ਼
ਮੇਰੇ ਕੋਲ ਵੀ ਉਹ ਹੁੰਦਾ ਜੋ ਉਸ ਆਦਮੀ ਕੋਲ ਹੈ। ਮੈਨੂੰ ਯਕੀਨ ਹੈ ਕਿ ਇਹ ਤਾਂ ਹੀ ਸੰਭਵ ਹੋਣਾ ਸੀ ਜੋ ਮੈਂ ਉਸ ਤਰ੍ਹਾਂ ਹੀ ਵਿਸ਼ਵਾਸ ਕਰਾਂ ਜਿਵੇਂ ਉਹ ਕਰਦਾ ਹੈ। ਪਰ ਮੈਂ ਵਿਸ਼ਵਾਸ ਦੀਆਂ ਕਈ ਧਾਰਨਾਵਾਂ ਨੂੰ ਉਸ ਪੱਕੀ ਸੱਚਾਈ ਨਾਲ ਨਹੀਂ ਮੰਨ ਸਕਦਾ ਜੋ ਉਸ ਲਈ ਬਿਲਕੁਲ ਸਧਾਰਨ ਹਨ। ਇਸ ਲਈ ਇਹ ਜਾਣ ਕੇ ਬੜੀ ਰਾਹਤ ਮਿਲੀ ਕਿ ਅਸੀਂ ਸਧਾਰਨ ਪੱਧਰ 'ਤੇ ਸ਼ੁਰੂਆਤ ਕਰ ਸਕਦੇ ਸੀ। ਵਿਸ਼ਵਾਸ ਨੂੰ ਪੂਰੀ ਤਰ੍ਹਾਂ ਸਵੀਕਾਰ ਕਰਨ ਦੀ ਸਪਸ਼ਟ ਅਸਮਰਥਾ ਦੇ ਇਲਾਵਾ ਜਿੱਦ, ਭਾਵੁਕਤਾ ਅਤੇ ਪਹਿਲਾਂ ਤੋਂ ਮਨ ਵਿੱਚ ਬੈਠੀ ਬੇਤੁਕੀ ਧਾਰਨਾ ਦੇ ਕਾਰਨ ਅਸੀਂ ਆਪਣੇ ਆਪ ਨੂੰ ਅਕਸਰ ਮਜਬੂਰ ਪਾਇਆ। ਸਾਡੇ ਵਿੱਚੋਂ ਜ਼ਿਆਦਾਤਰ ਇੰਨੇ ਭਾਵੁਕ ਹਨ ਕਿ ਅਧਿਆਤਮਿਕਤਾ ਦੇ ਸਰਸਰੀ ਜ਼ਿਕਰ 'ਤੇ ਵੀ ਗੁੱਸੇ ਭਰੀ ਵਿਰੋਧਤਾ ਕਰਦੇ ਹਨ। ਇਸ ਕਿਸਮ ਦੀ ਸੋਚ ਛੱਡਣੀ ਹੀ ਪਵੇਗੀ। ਭਾਵੇਂ ਸਾਡੇ ਵਿੱਚੋਂ ਕੁਝ ਨੇ ਵਿਰੋਧ ਕੀਤਾ, ਸਾਨੂੰ ਅਜਿਹੀਆਂ ਭਾਵਨਾਵਾਂ ਨੂੰ ਛੱਡਣ ਲੱਗਿਆਂ ਖਾਸ ਮੁਸ਼ਕਲ ਨਹੀਂ ਆਈ। ਸ਼ਰਾਬ ਦੀ ਤਬਾਹੀ ਭੁਗਤਦੇ ਹੋਇਆਂ ਅਸੀਂ ਛੇਤੀ ਹੀ ਅਧਿਆਤਮਿਕ ਮਾਮਲਿਆਂ ਬਾਰੇ ਓਨੇ ਹੀ ਖੁੱਲ੍ਹੇ ਮਨ ਦੇ ਹੋ ਗਏ ਜਿੰਨੇ ਕਿ ਹੋਰ ਮਾਮਲਿਆਂ ਵਿੱਚ ਹੋਣ ਦੀ ਕੋਸ਼ਿਸ਼ ਕੀਤੀ ਸੀ। ਇਸ ਮਸਲੇ ਵਿੱਚ ਸ਼ਰਾਬ ਬੜੀ ਪ੍ਰਭਾਵਸ਼ਾਲੀ ਰਹੀ। ਇਸ ਦੀ ਮਾਰ ਨੇ ਆਖਰ ਸਾਨੂੰ ਸਮਝਦਾਰੀ ਦੀ ਹਾਲਤ ਵੱਲ ਲੈ ਹੀ ਆਂਦਾ। ਕਦੇ-ਕਦੇ ਇਹ ਕਰਨਾ ਬਹੁਤ ਔਖਾ ਹੋ ਜਾਂਦਾ ਸੀ। ਸਾਨੂੰ ਆਸ ਹੈ ਕੋਈ ਵੀ ਇੱਕੋ ਧਾਰਨਾ ਨਾਲ ਓਨੀ ਦੇਰ ਨਹੀਂ ਚਿੰਬੜਿਆ ਰਹੇਗਾ ਜਿੰਨੀ ਦੇਰ ਸਾਡੇ ਵਿੱਚੋਂ ਕੁਝ ਚਿੰਬੜੇ ਰਹੇ। ਪਾਠਕ ਸ਼ਾਇਦ ਅਜੇ ਵੀ ਪੁੱਛੇ ਕਿ ਉਹ ਆਪਣੇ ਤੋਂ ਵੱਡੀ ਸ਼ਕਤੀ ਵਿੱਚ ਵਿਸ਼ਵਾਸ ਕਿਉਂ ਕਰੇ। ਅਸੀਂ ਸੋਚਦੇ ਹਾਂ ਕਿ ਇਸ ਦੇ ਕਈ ਚੰਗੇ ਕਾਰਨ ਹਨ। ਆਓ ਅਸੀਂ ਉਹਨਾਂ ਵਿੱਚੋਂ ਕੁਝ 'ਤੇ ਨਜ਼ਰ ਮਾਰੀਏ। ਅੱਜ ਦਾ ਵਿਹਾਰੀ ਵਿਅਕਤੀ ਤੱਥਾਂ ਅਤੇ ਨਤੀਜਿਆਂ 'ਤੇ ਜ਼ਿਆਦਾ ਜ਼ੋਰ ਪਾਉਂਦਾ ਹੈ। ਫਿਰ ਵੀ 20ਵੀਂ ਸਦੀ ਉਹਨਾਂ ਸਭ ਧਾਰਨਾਵਾਂ ਨੂੰ ਜਲਦੀ ਹੀ ਸਵੀਕਾਰ ਕਰ ਲੈਂਦੀ ਹੈ, ਬੇਸ਼ਰਤੇ ਉਹ ਮਜ਼ਬੂਰ ਤੱਥਾਂ 'ਤੇ ਆਧਾਰਿਤ ਹੋਣ। ਸਾਡੇ ਕੋਲ ਕਈ ਸਿਧਾਂਤ ਹਨ, ਜਿਵੇਂ ਕਿ ਬਿਜਲੀ ਬਾਰੇ। ਹਰ ਕੋਈ ਵਿਅਕਤੀ ਬਿਨਾਂ ਸ਼ੱਕ ਤੋਂ ਇਸ ਦੇ ਸਿਧਾਂਤ 'ਤੇ ਵਿਸ਼ਵਾਸ ਕਰਦਾ ਹੈ। ਇਹ ਇੱਕਦਮ ਮਾਨਤਾ ਕਿਉਂ? ਸਿਰਫ ਇਸ ਲਈ ਕਿ ਸ਼ੁਰੂਆਤ ਕਰਨ ਲਈ ਇੱਕ ਵਾਜਬ ਧਾਰਨਾ ਬਿਨਾਂ ਜੋ ਅਸੀਂ ਵੇਖਦੇ ਹਾਂ, ਮਹਿਸੂਸ ਕਰਦੇ ਹਾਂ, ਦਿਸ਼ਾ ਦਿੰਦੇ ਹਾਂ ਅਤੇ ਇਸਤੇਮਾਲ ਕਰਦੇ ਹਾਂ, ਉਸ ਦੀ ਵਿਆਖਿਆ ਕਰਨਾ ਸੰਭਵ ਹੈ। ਅੱਜ ਕੱਲ੍ਹ ਹਰ ਕੋਈ ਹਜ਼ਾਰਾਂ ਹੀ ਧਾਰਨਾਵਾਂ ਵਿੱਚ ਵਿਸ਼ਵਾਸ ਕਰਦਾ ਹੈ, ਜਿਨ੍ਹਾਂ ਬਾਰੇ ਅੱਛਾ ਸਬੂਤ ਤਾਂ ਹੈ ਪਰ ਕੋਈ ਪ੍ਰਤੱਖ ਪ੍ਰਮਾਣ ਨਹੀਂ ਮਿਲਦਾ। ਅਤੇ ਕੀ ਵਿਗਿਆਨ ਇਹ ਦਰਸਾਉਂਦਾ ਹੈ ਕਿ ਪ੍ਰਤੱਖ ਪ੍ਰਮਾਣ ਸਭ ਤੋਂ ਕਮਜ਼ੋਰ ਸਬੂਤ ਹੁੰਦਾ ਹੈ? ਜਿਉਂ-ਜਿਉਂ ਮਾਨਵਤਾ ਭੌਤਿਕ ਦੁਨੀਆ ਬਾਰੇ ਅਧਿਐਨ ਕਰਦੀ ਹੈ, ਤਿਉਂ-ਤਿਉਂ ਇਹ ਗੱਲ ਲਗਾਤਾਰ ਸਾਹਮਣੇ ਆ ਰਹੀ ਹੈ ਕਿ ਜੋ ਬਾਹਰੋਂ ਦਿਸਦਾ ਹੈ ਉਹ ਅੰਦਰੋਂ ਬਿਲਕੁਲ ਅਸਲੀਅਤ ਨਹੀਂ ਹੁੰਦੀ। ਉਦਾਹਰਨ ਵਜੋਂ ਇੱਕ ਸਧਾਰਨ ਲੋਹੇ ਦਾ ਗਾਡਰ ਉਹਨਾਂ ਨਿੱਕੇ-ਨਿੱਕੇ ਕਣਾਂ ਦਾ ਇੱਕ ਸਮੂਹ ਹੁੰਦਾ ਹੈ ਜੋ ਇੱਕ ਦੂਜੇ ਦੇ ਆਲੇ-ਦੁਆਲੇ ਇੰਨੀ ਤੇਜ਼ ਰਫ਼ਤਾਰ ਨਾਲ ਘੁੰਮਦੇ ਹਨ ਜੋ ਵਿਸ਼ਵਾਸ ਤੋਂ ਕਿਤੇ ਪਰੇ ਹੈ। ਇਹ ਛੋਟੇ-ਛੋਟੇ ਕਣ ਪੱਕੇ ਨਿਯਮਾਂ ਅਨੁਸਾਰ ਚੱਲਦੇ ਹਨ ਅਤੇ ਇਹ ਨਿਯਮ ਸਾਰੀ ਭੌਤਿਕ ਦੁਨੀਆ 'ਤੇ ਵੀ ਲਾਗੂ ਹੁੰਦੇ ਹਨ। ਵਿਗਿਆਨ ਸਾਨੂੰ ਇਹੋ ਦੱਸਦਾ ਹੈ। ਸਾਡੇ ਕੋਲ ਇਸ 'ਤੇ ਸ਼ੱਕ ਕਰਨ ਦਾ ਕੋਈ ਕਾਰਨ ਨਹੀਂ ਹੈ। ਫਿਰ ਵੀ ਜਦ ਸਾਡੀ ਪੱਕੀ ਧਾਰਨਾ ਕਿ ਇਸ ਭੌਤਿਕ ਦੁਨੀਆ ਅਤੇ ਜ਼ਿੰਦਗੀ ਦੇ ਹੇਠਾਂ ਜਿਵੇਂ ਅਸੀਂ ਇਸ ਨੂੰ ਵੇਖਦੇ ਹਾਂ ਇੱਕ ਸਰਬ ਸ਼ਕਤੀਮਾਨ, ਮਾਰਗਦਰਸ਼ਕ ਅਤੇ ਸਿਰਜਣਹਾਰੀ ਸ਼ਕਤੀ ਹੈ, ਠੀਕ ਉਦੋਂ ਹੀ ਸਾਡੀ ਇੱਕ ਬੇਤੁਕੀ ਸੋਚ ਉੱਭਰਦੀ ਹੈ ਅਤੇ ਅਸੀਂ ਬੜਾ ਜ਼ੋਰ ਲਾ ਕੇ ਆਪਣੇ ਆਪ ਨੂੰ ਇਹ ਯਕੀਨ ਦਿਵਾਉਂਦੇ ਹਾਂ ਕਿ ਇਹ ਇੰਜ ਨਹੀਂ। ਅਸੀਂ ਸੋਚ ਵਿਚਾਰ ਤੋਂ ਭਰਪੂਰ ਕਿਤਾਬਾਂ ਪੜ੍ਹਦੇ ਹਾਂ ਅਤੇ ਸੇਖੀ ਭਰੇ ਤਰਕ ਪੇਸ਼ ਕਰਦੇ ਹਾਂ, ਇਹ ਸੋਚਦੇ ਹਾਂ ਕਿ ਸਾਨੂੰ ਵਿਸ਼ਵਾਸ ਹੈ ਕਿ ਇਸ ਬ੍ਰਹਿਮੰਡ ਦੀ ਵਿਆਖਿਆ ਕਰਨ ਲਈ ਕਿਸੇ ਰੱਬ ਦੀ ਲੋੜ ਨਹੀਂ ਹੈ। ਜੇ ਸਾਡੀਆਂ ਦਲੀਲਾਂ ਸੱਚ ਹੁੰਦੀਆਂ ਤਾਂ ਇਸ ਦਾ ਮਤਲਬ ਹੈ ਕਿ ਜ਼ਿੰਦਗੀ ਕਿਤੋਂ ਵੀ ਉਤਪੰਨ ਨਹੀਂ ਹੋਈ। ਇਸ ਦਾ ਕੋਈ ਮਤਲਬ ਨਹੀਂ ਅਤੇ ਇਹ ਕਿਤੇ ਵੀ ਨਹੀਂ ਪਹੁੰਚ ਰਹੀ। ਵਜਾਏ ਇਸ ਦੇ ਕਿ ਅਸੀਂ ਆਪਣੇ ਆਪ ਨੂੰ ਰੱਬ ਦੇ ਸਿਆਣੇ ਨੁਮਾਇੰਦੇ ਅਤੇ ਉਸ ਦੀ ਹਮੇਸ਼ਾ ਵੱਧਦੀ ਹੋਈ ਸ੍ਰਿਸ਼ਟੀ ਦੇ ਆਗੂ ਸਮਝਦੇ, ਅਸੀਂ ਨਾਸਤਿਕ ਅਤੇ ਭੌਤਿਕਵਾਦੀਆਂ ਨੇ ਇਸ ਗੱਲ ਵਿੱਚ ਵਿਸ਼ਵਾਸ ਕਰਨ ਨੂੰ ਪਹਿਲ ਦਿੱਤੀ ਹੈ ਕਿ ਸਾਡੀ ਇਨਸਾਨੀ ਬੁੱਧੀਮੱਤਾ ਹੀ ਸਭ ਕੁਝ ਹੈ ਅਤੇ ਇਹੋ ਹਰ ਚੀਜ਼ ਦੀ ਸ਼ੁਰੂਆਤ ਅਤੇ ਅੰਤ ਹੈ। ਕੀ ਸਾਡੀ ਇਹ ਧਾਰਨਾ ਵਿਅਰਥ ਨਹੀਂ ਸੀ? ਅਸੀਂ
ਜੋ ਇਸ ਸੰਦੇਹਪੂਰਨ ਰਸਤੇ 'ਤੇ ਚੱਲ ਚੁੱਕੇ ਹਾਂ, ਤੁਹਾਨੂੰ ਬੇਨਤੀ ਕਰਦੇ ਹਾਂ ਕਿ ਆਪਣੀ ਪਹਿਲੇ ਦੀ ਬਣੀ ਧਾਰਨਾ ਨੂੰ ਇੱਕ ਪਾਸੇ ਰੱਖ ਦਿਓ, ਚਾਹੇ ਉਹ ਇੱਕ ਸੰਗਠਿਤ ਧਰਮ ਦੇ ਵਿਰੁੱਧ ਹੀ ਕਿਉਂ ਨਾ ਹੋਵੇ। ਅਸੀਂ ਇਹ ਜਾਣ ਚੁੱਕੇ ਹਾਂ ਕਿ ਵੱਖਰੇ ਵੱਖਰੇ ਧਰਮਾਂ ਵਿੱਚ ਭਾਵੇਂ ਕਿੰਨੀਆਂ ਹੀ ਇਨਸਾਨੀ ਕਮਜ਼ੋਰੀਆਂ ਕਿਉਂ ਨਾ ਹੋਣ, ਫਿਰ ਵੀ ਉਹਨਾਂ ਧਰਮਾਂ ਨੇ ਲੱਖਾਂ ਲੋਕਾਂ ਨੂੰ ਇੱਕ ਉਦੇਸ਼ ਤੇ ਦਿਸ਼ਾ ਪ੍ਰਦਾਨ ਕੀਤੀ ਹੈ। ਧਰਮ ਵਿੱਚ ਵਿਸ਼ਵਾਸ ਕਰਨ ਵਾਲੇ ਲੋਕਾਂ ਕੋਲ ਇਸ ਬਾਰੇ ਤਰਕਸ਼ੀਲ ਵਿਚਾਰ ਹੁੰਦਾ ਹੈ ਕਿ ਆਖਿਰ ਜ਼ਿੰਦਗੀ ਕੀ ਹੈ। ਅਸਲ ਵਿੱਚ ਸਾਡੇ ਕੋਲ ਕਿਸੇ ਤਰ੍ਹਾਂ ਦੀ ਕੋਈ ਉਚਿਤ ਧਾਰਨਾ ਨਹੀਂ ਹੁੰਦੀ ਸੀ। ਜਦੋਂ ਸਾਨੂੰ ਮਹਿਸੂਸ ਕਰਨਾ ਚਾਹੀਦਾ ਸੀ ਕਿ ਅਧਿਆਤਮਿਕ ਵਿਚਾਰਾਂ ਵਾਲੇ ਵਿਅਕਤੀ ਜੋ ਕੋਈ ਰੰਗ, ਜਾਤੀ, ਧਰਮਾਂ ਨਾਲ ਸੰਬੰਧਿਤ ਹਨ, ਇੱਕ ਖਾਸ ਹੱਦ ਤੱਕ ਸਥਿਰਤਾ, ਖੁਸ਼ੀ ਅਤੇ ਉਪਯੋਗਤਾ ਦਾ ਪ੍ਰਦਰਸ਼ਨ ਕਰਦੇ ਹਨ, ਜਿਹੜਾ ਸਾਨੂੰ ਵੀ ਲੱਭਣਾ ਚਾਹੀਦਾ ਸੀ। ਉਦੋਂ ਅਸੀਂ ਅਧਿਆਤਮਿਕ ਵਿਸ਼ਵਾਸ ਅਤੇ ਰੀਤੀ ਰਿਵਾਜਾਂ ਦਾ ਨਿੰਦਕ ਢੰਗ ਨਾਲ ਚੀਰ ਫਾੜ ਕਰਕੇ ਆਪਣਾ ਦਿਲ ਬਹਿਲਾਉਂਦੇ ਰਹੇ। ਸਗੋਂ ਅਸੀਂ ਇਹਨਾਂ ਲੋਕਾਂ ਦੀਆਂ ਇਨਸਾਨੀ ਖਾਮੀਆਂ ਵੱਲ ਵੇਖਦੇ ਅਤੇ ਕਦੇ-ਕਦੇ ਉਹਨਾਂ ਦੀਆਂ ਇਹਨਾਂ ਖਾਮੀਆਂ ਨੂੰ ਵੱਡੇ ਪੈਮਾਨੇ 'ਤੇ ਨਿੰਦਕ ਦਾ ਆਧਾਰ ਵੀ ਬਣਾਇਆ। ਅਸੀਂ ਅਸਹਿਣਸ਼ੀਲਤਾ ਦੀ ਗੱਲ ਕਰਦੇ, ਜਦ ਕਿ ਅਸੀਂ ਆਪ ਹੀ ਅਸਹਿਣਸ਼ੀਲ ਸੀ। ਅਸੀਂ ਜੰਗਲਾਂ ਦੀ ਖੂਬਸੂਰਤੀ ਅਤੇ ਸੱਚਾਈ ਤੋਂ ਵਾਂਝੇ ਰਹੇ, ਕਿਉਂਕਿ ਅਸੀਂ ਉਸ ਜੰਗਲ ਦੇ ਕੁਝ ਦਰੱਖਤਾਂ ਦੇ ਭੱਦੇਪਣ ਵਿੱਚ ਹੀ ਉਲਝੇ ਰਹੇ। ਅਸੀਂ ਕਦੇ ਵੀ ਜ਼ਿੰਦਗੀ ਦੇ ਅਧਿਆਤਮਿਕ ਪਹਿਲੂ ਵੱਲ ਚੰਗੀ ਤਰ੍ਹਾਂ ਧਿਆਨ ਨਹੀਂ ਦਿੱਤਾ। ਤੁਸੀਂ ਸਾਡੀਆਂ ਜਾਤੀ ਕਹਾਣੀਆਂ ਵਿੱਚ ਹਰ ਕਹਾਣੀ ਦੱਸਣ ਵਾਲੇ ਦੀ ਆਪਣੇ ਤੋਂ ਵੱਡੀ ਸ਼ਕਤੀ ਤੱਕ ਪਹੁੰਚਣ ਦੇ ਢੰਗ ਅਤੇ ਉਸ ਸ਼ਕਤੀ ਬਾਰੇ ਧਾਰਨਾ ਵਿੱਚ ਬਹੁਤ ਫਰਕ ਪਾਓਗੇ। ਇਸ ਗੱਲ ਦਾ ਕੋਈ ਫਰਕ ਨਹੀਂ ਪੈਂਦਾ ਜਾਪਦਾ ਕਿ ਅਸੀਂ ਕਿਸੇ ਖਾਸ ਪਹੁੰਚ ਜਾਂ ਧਾਰਨਾ ਨਾਲ ਸਹਿਮਤ ਹਾਂ ਜਾਂ ਨਹੀਂ। ਤਜਰਬੇ ਨੇ ਸਾਨੂੰ ਸਿਖਾਇਆ ਹੈ ਕਿ ਇਹ ਉਹ ਮਾਮਲੇ ਹਨ ਜਿਨ੍ਹਾਂ ਬਾਰੇ ਸਾਨੂੰ ਆਪਣੇ ਮਤਲਬ ਲਈ ਚਿੰਤਾ ਕਰਨ ਦੀ ਲੋੜ ਨਹੀਂ। ਇਹ ਉਹ ਸਵਾਲ ਹਨ ਜਿਨ੍ਹਾਂ ਦਾ ਨਿਪਟਾਰਾ ਹਰ ਇੱਕ ਨੇ ਆਪ ਹੀ ਕਰਨਾ ਹੈ। ਫਿਰ ਵੀ ਇੱਕ ਸੁਝਾਅ 'ਤੇ ਇਹ ਆਦਮੀ ਅਤੇ ਔਰਤਾਂ ਪੂਰਨ ਤੌਰ 'ਤੇ ਸਹਿਮਤ ਹਨ। ਇਹਨਾਂ ਵਿੱਚੋਂ ਹਰ ਇੱਕ ਨੇ ਆਪਣੇ ਤੋਂ ਵੱਡੀ ਸ਼ਕਤੀ ਨੂੰ ਭਾਲਿਆ ਹੈ ਅਤੇ ਉਹ ਉਸ ਉੱਤੇ ਵਿਸ਼ਵਾਸ ਕਰਦਾ ਹੈ। ਇਸ ਸ਼ਕਤੀ ਨੇ ਹਰ ਇੱਕ ਲਈ ਅਚੰਭੇ ਭਰੀਆਂ ਅਤੇ ਇਨਸਾਨੀ ਤੌਰ 'ਤੇ ਅਸੰਭਵ ਗੱਲਾਂ ਨੂੰ ਵੀ ਪੂਰਾ ਕੀਤਾ ਹੈ। ਅਮਰੀਕਾ ਦੇ ਇੱਕ ਮੰਨੇ ਪ੍ਰਮੰਨੇ ਨੀਤੀਵਾਨ ਨੇ ਕਿਹਾ ਹੈ, ਆਓ ਰਿਕਾਰਡ ਵੇਖੀਏ। ਹਜ਼ਾਰਾਂ ਹੀ ਆਦਮੀ ਅਤੇ ਔਰਤਾਂ ਵਾਸਤਵ ਵਿੱਚ ਦੁਨਿਆਵੀ ਹਨ। ਉਹ ਸਾਫ਼ ਤੌਰ 'ਤੇ ਐਲਾਨ ਕਰਦੇ ਹਨ, ਕਿਉਂਕਿ ਹੁਣ ਉਹ ਆਪਣੇ ਆਪ ਤੋਂ ਵੱਡੀ ਸ਼ਕਤੀ 'ਤੇ ਵਿਸ਼ਵਾਸ ਕਰਨ ਲੱਗ ਪਏ ਹਨ ਅਤੇ ਉਹਨਾਂ ਦੀ ਉਸ ਸ਼ਕਤੀ ਬਾਰੇ ਇੱਕ ਖਾਸ ਧਾਰਨਾ ਬਣ ਗਈ ਹੈ ਅਤੇ ਉਹ ਕੁਝ ਸਧਾਰਨ ਗੱਲਾਂ ਮੰਨਣ ਲਈ ਤਿਆਰ ਹੋ ਗਏ ਹਨ। ਇਸ ਲਈ ਉਹਨਾਂ ਦੇ ਜੀਣ ਅਤੇ ਸੋਚਣ ਦੇ ਤੌਰ ਤਰੀਕੇ ਵਿੱਚ ਇੱਕ ਇਨਕਲਾਬੀ ਬਦਲਾਅ ਆ ਚੁੱਕਾ ਹੈ। ਤਬਾਹੀ ਅਤੇ ਨਿਰਾਸ਼ਤਾ ਦਾ ਸਾਹਮਣਾ ਕਰਦਿਆਂ ਹੋਇਆਂ ਅਤੇ ਇਨਸਾਨੀ ਸਰੋਤਾਂ ਦੇ ਬਿਲਕੁਲ ਅਸਫਲ ਹੋਣ 'ਤੇ ਉਹਨਾਂ ਨੇ ਪਾਇਆ ਕਿ ਇੱਕ ਨਵੀਂ ਸ਼ਕਤੀ, ਸ਼ਾਂਤੀ, ਖੁਸ਼ੀ ਅਤੇ ਮਾਰਗ ਦਰਸਾਉਂਦੀ ਭਾਵਨਾ ਉਹਨਾਂ ਵਿੱਚ ਆ ਚੁੱਕੀ ਹੈ। ਇਹ ਉਹਨਾਂ ਦੇ ਤਹਿ ਦਿਲੋਂ ਕੁਝ ਸਧਾਰਨ ਸ਼ਰਤਾਂ ਪੂਰੀਆਂ ਕਰਨ ਤੋਂ ਤੁਰੰਤ ਬਾਅਦ ਵਾਪਰਿਆ। ਜਿਹੜੇ ਕਦੇ ਇਸ ਹੋਂਦ ਨੂੰ ਫਜ਼ੂਲ ਸਮਝਦਿਆਂ ਹੋਇਆਂ ਉਲਝੇ ਅਤੇ ਭੰਬਲ ਭੁੱਸੇ ਵਿੱਚ ਪਏ ਹੋਏ ਸਨ, ਉਹ ਹੁਣ ਜ਼ੋਰ ਦੇ ਕੇ ਇਹ ਦੱਸਦੇ ਹਨ ਕਿ ਉਹ ਕਿਉਂ ਜ਼ਿੰਦਗੀ ਨੂੰ ਭਾਰ ਸਮਝੀ ਬੈਠੇ ਹਨ। ਸ਼ਰਾਬ ਦੀ ਗੱਲ ਤਾਂ ਇੱਕ ਪਾਸੇ, ਉਹ ਦੱਸਦੇ ਹਨ ਕਿ ਜਿਉਣਾ ਇੰਨਾ ਅਸੰਤੋਸ਼ਜਨਕ ਕਿਉਂ ਸੀ। ਉਹ ਦੱਸਦੇ ਹਨ ਕਿ ਉਹਨਾਂ ਵਿੱਚ ਇਹ ਬਦਲਾਅ ਕਿਵੇਂ ਆਇਆ। ਜਦੋਂ ਹਜ਼ਾਰਾਂ ਲੋਕੀ ਇਹ ਗੱਲ ਕਹਿਣ ਦੇ ਕਾਬਲ ਹੁੰਦੇ ਹਨ ਕਿ ਅੱਜ ਉਹਨਾਂ ਦੀ ਜ਼ਿੰਦਗੀ ਵਿੱਚ ਸਭ ਤੋਂ ਮਹੱਤਵਪੂਰਨ ਪਹਿਲੂ ਰੱਬ ਦੀ ਮੌਜੂਦਗੀ ਬਾਰੇ ਸੁਚੇਤ ਹੋਣਾ ਹੈ, ਉਦੋਂ ਉਹ ਇੱਕ ਬਹੁਤ ਸ਼ਕਤੀਸ਼ਾਲੀ ਤਰਕ ਅੱਗੇ ਰੱਖਦੇ ਹਨ ਕਿ ਕਿਉਂ ਕਿਸੇ ਨੂੰ ਵਿਸ਼ਵਾਸ ਹੋਣਾ ਜ਼ਰੂਰੀ ਹੈ। ਸਾਡੀ ਦੁਨੀਆ ਨੇ ਪਿਛਲੀ ਸਦੀ ਵਿੱਚ ਬੀਤੇ ਹੋਏ ਯੁੱਗਾਂ ਦੀ ਤਰੱਕੀ ਤੋਂ ਕਈ ਗੁਣਾ ਜ਼ਿਆਦਾ ਭੌਤਿਕ ਤਰੱਕੀ ਕੀਤੀ ਹੈ। ਲਗਭਗ ਹਰ ਕੋਈ ਇਸ ਦਾ ਕਾਰਨ ਜਾਪਦਾ ਹੈ। ਪੁਰਾਣੇ ਇਤਿਹਾਸ ਦੇ ਵਿਦਿਆਰਥੀ ਦੱਸਦੇ ਹਨ ਕਿ ਉਸ ਸਮੇਂ ਦੇ ਲੋਕਾਂ ਦੀ ਬੁੱਧੀ ਅੱਜ ਦੇ ਲੋਕਾਂ ਦੀ ਸਭ ਤੋਂ ਉੱਤਮ ਬੁੱਧੀ ਦੇ ਬਰਾਬਰ ਸੀ। ਇਸ ਦੇ ਬਾਵਜੂਦ ਪੁਰਾਣੇ ਸਮੇਂ ਵਿੱਚ ਭੌਤਿਕ ਤਰੱਕੀ ਬੇਹੱਦ ਹੌਲੀ ਸੀ
ਆਧੁਨਿਕ ਵਿਗਿਆਨਕ ਪੜਤਾਲ, ਖੋਜ ਅਤੇ ਕਾਢਾਂ ਦੀ ਭਾਵਨਾ ਦਾ ਲਗਭਗ ਪਤਾ ਹੀ ਨਹੀਂ ਸੀ। ਭੌਤਿਕਵਾਦ ਦੇ ਸਵਾਲ 'ਤੇ ਲੋਕਾਂ ਦੇ ਦਿਮਾਗ ਅੰਧ ਵਿਸ਼ਵਾਸ, ਪਰੰਪਰਾ ਅਤੇ ਹੋਰ ਸਭ ਤਰ੍ਹਾਂ ਦੇ ਪੁਰਾਣੇ ਵਿਚਾਰਾਂ ਵਿੱਚ ਜਕੜੇ ਹੋਏ ਸਨ। ਕੋਲੰਬਸ ਦੇ ਕੁਝ ਸਮਕਾਲੀਆਂ ਨੇ ਧਰਤੀ ਦੇ ਗੋਲ ਹੋਣ ਦੇ ਖਿਆਲ ਨੂੰ ਫਜ਼ੂਲ ਸਮਝਿਆ ਸੀ। ਕਈ ਹੋਰ ਗੈਲੀਲੀਓ ਉਸ ਦੀਆਂ ਖਗੋਲ ਧਾਰਨਾਵਾਂ, ਜੋ ਸਥਾਪਿਤ ਧਾਰਮਿਕ ਵਿਸ਼ਵਾਸ ਦੇ ਉਲਟ ਸਨ, ਕਾਰਨ ਮੌਤ ਦੇ ਘਾਟ ਉਤਾਰਨ ਲਈ ਤਿਆਰ ਹੋ ਗਏ ਸਨ। ਅਸੀਂ ਆਪਣੇ ਆਪ ਨੂੰ ਇਹ ਪੁੱਛਿਆ ਕਿ ਸਾਡੇ ਵਿੱਚੋਂ ਕਈ ਅਧਿਆਤਮਿਕਵਾਦ ਦੇ ਉਨਾ ਹੀ ਖਿਲਾਫ ਨਹੀਂ ਹਨ ਜਿੰਨਾ ਕਿ ਪੁਰਾਣੇ ਲੋਕੀ ਭੌਤਿਕਵਾਦ ਦੇ ਖਿਲਾਫ ਸਨ। ਇੱਥੋਂ ਤੱਕ ਕਿ ਇਸ ਸਦੀ ਵਿੱਚ ਅਮਰੀਕਾ ਦੇ ਅਖਬਾਰ ਕੇਟੇਹਾਨ ਵਿਖੇ ਰਾਈਟ ਭਰਾਵਾਂ ਦੀ ਪਹਿਲੀ ਸਫਲ ਉਡਾਨ ਦਾ ਵੇਰਵਾ ਦੇਣ ਤੋਂ ਡਰ ਰਹੇ ਸਨ ਕਿ ਇਸ ਤੋਂ ਪਹਿਲਾਂ ਉਡਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਨਾਕਾਮ ਨਹੀਂ ਹੋਈਆਂ ਸਨ। ਕੀ ਪ੍ਰੋਫੈਸਰ ਲੈਗਲੇ ਦੀ ਉਡਾਨ ਮਸ਼ੀਨ ਪੈਟੋਮੈਕ ਨਦੀ ਵਿੱਚ ਨਹੀਂ ਜਾ ਡਿੱਗੀ ਸੀ? ਕੀ ਇਹ ਸੱਚ ਨਹੀਂ ਕਿ ਸਭ ਤੋਂ ਉੱਤਮ ਹਿਸਾਬ ਦੇ ਮਾਹਿਰਾਂ ਨੇ ਇਹ ਸਾਬਤ ਕੀਤਾ ਸੀ ਕਿ ਆਦਮੀ ਕਦੇ ਨਹੀਂ ਉੱਡ ਸਕਦਾ? ਕੀ ਲੋਕੀ ਇਹ ਨਹੀਂ ਕਹਿੰਦੇ ਸੀ ਕਿ ਉੱਡਣ ਦੀ ਸਹੂਲਤ ਰੱਬ ਨੇ ਕੇਵਲ ਪੰਛੀਆਂ ਵਾਸਤੇ ਰੱਖੀ ਸੀ? ਸਿਰਫ 30 ਸਾਲਾਂ ਬਾਅਦ ਹੀ ਹਵਾ ਤੇ ਜਿੱਤ ਲਗਭਗ ਇੱਕ ਪੁਰਾਣੀ ਕਹਾਣੀ ਬਣ ਕੇ ਰਹਿ ਗਈ। ਹਵਾਈ ਜਹਾਜ਼ ਦਾ ਸਫ਼ਰ ਜ਼ੋਰਾਂ 'ਤੇ ਹੋ ਗਿਆ, ਪਰ ਜ਼ਿਆਦਾਤਰ ਖੇਤਰਾਂ ਵਿੱਚ ਸਾਡੀ ਪੀੜ੍ਹੀ ਨੇ ਸੋਚ ਦੀ ਪੂਰਨ ਆਜ਼ਾਦੀ ਵੇਖੀ ਹੈ। ਕਿਸੇ ਪਿਛੜੇ ਵਿਅਕਤੀ ਨੂੰ ਐਤਵਾਰ ਦੀ ਅਖਬਾਰ ਵਿੱਚ ਛਪਿਆ ਇਹ ਸੁਝਾਅ ਵਿਖਾਓ ਕਿ ਚੰਨ ਨੂੰ ਰਾਕਟ ਨਾਲ ਖੋਜਿਆ ਜਾ ਸਕਦਾ ਹੈ, ਤਾਂ ਉਹ ਕਹੇਗਾ, ਮੈਂ ਸ਼ਰਤ ਲਗਾਉਂਦਾ ਹਾਂ ਕਿ ਇਹ ਹੋ ਸਕਦਾ ਹੈ ਅਤੇ ਇਸ ਨੂੰ ਸ਼ਾਇਦ ਬਹੁਤੀ ਦੇਰ ਵੀ ਨਾ ਲੱਗੇ। ਕਿ ਸਾਡੇ ਯੁੱਗ ਦੀ ਇਹ ਵਿਸ਼ੇਸ਼ਤਾ ਨਹੀਂ ਹੈ ਕਿ ਅਸੀਂ ਪੁਰਾਣੇ ਵਿਚਾਰਾਂ ਨੂੰ ਛੱਡ ਕੇ ਨਵਿਆਂ ਨੂੰ ਬੜੀ ਆਸਾਨੀ ਨਾਲ ਅਪਣਾ ਲੈਂਦੇ ਹਾਂ, ਜਿਵੇਂ ਕਿ ਅਸੀਂ ਘਿਟੀ ਪਿਛੀ ਧਾਰਨਾ ਜਾਂ ਪੁਰਾਣੀ ਕੰਮ ਨਾ ਕਰਨ ਵਾਲੀ ਮਸ਼ੀਨ ਨੂੰ ਛੱਡ ਕੇ ਤੁਰੰਤ ਕੰਮ ਕਰਨ ਵਾਲੀ ਮਸ਼ੀਨ ਨੂੰ ਅਪਣਾਉਣ ਲਈ ਝੱਟ ਤਿਆਰ ਹੋ ਜਾਂਦੇ ਹਾਂ। ਸਾਨੂੰ ਆਪਣੇ ਆਪ ਨੂੰ ਇਹ ਪੁੱਛਣਾ ਪਿਆ ਕਿ ਅਸੀਂ ਆਪਣੀਆਂ ਸਮੱਸਿਆਵਾਂ ਪ੍ਰਤੀ ਆਪਣਾ ਨਜ਼ਰੀਆ ਬਦਲਣ ਲਈ ਓਨੀ ਹੀ ਤਤਪਰਤਾ ਨਾਲ ਤਿਆਰ ਕਿਉਂ ਨਹੀਂ ਹੁੰਦੇ? ਸਾਨੂੰ ਆਪਣੇ ਜਾਤੀ ਸੰਬੰਧਾਂ ਨਾਲ ਸਮੱਸਿਆ ਸੀ। ਅਸੀਂ ਆਪਣੇ ਜਜ਼ਬਾਤੀ ਸੁਭਾਅ ਨੂੰ ਕਾਬੂ ਨਹੀਂ ਕਰ ਸਕਦੇ ਸੀ। ਅਸੀਂ ਦੁੱਖਾਂ ਅਤੇ ਖਾਲੀਪਣ ਦੇ ਸ਼ਿਕਾਰ ਸੀ। ਅਸੀਂ ਜੀ ਨਹੀਂ ਪਾ ਰਹੇ ਸੀ। ਸਾਨੂੰ ਵਿਅਰਥਤਾ ਦਾ ਅਹਿਸਾਸ ਸੀ। ਅਸੀਂ ਭੈ-ਭੀਤ ਸੀ। ਅਸੀਂ ਨਾ ਖੁਸ਼ ਸੀ। ਅਸੀਂ ਦੂਜਿਆਂ ਵਾਸਤੇ ਲਾਭਦਾਇਕ ਨਹੀਂ ਜਾਪਦੇ ਸੀ। ਕਿ ਇਹਨਾਂ ਉਲਝਣਾਂ ਦਾ ਹੱਲ ਲੱਭਣਾ ਚੰਦ ਦੀ ਉਡਾਨ ਦੇ ਪ੍ਰੋਗਰਾਮ ਤੋਂ ਵੀ ਜ਼ਿਆਦਾ ਮਹੱਤਵਪੂਰਨ ਨਹੀਂ ਸੀ? ਯਕੀਨਨ ਇਹ ਸੀ। ਜਦ ਅਸੀਂ ਹੋਰਾਂ ਨੂੰ ਇਸ ਬ੍ਰਹਿਮੰਡ ਦੀ ਸ਼ਕਤੀ 'ਤੇ ਸਧਾਰਨ ਭਰੋਸਾ ਕਰਕੇ ਆਪਣੀਆਂ ਮੁਸ਼ਕਿਲਾਂ ਨੂੰ ਹੱਲ ਕਰਦੇ ਵੇਖਿਆ, ਤਾਂ ਸਾਨੂੰ ਰੱਬ ਦੀ ਸ਼ਕਤੀ 'ਤੇ ਸ਼ੱਕ ਕਰਨ ਤੋਂ ਰੁਕਣਾ ਪਿਆ। ਸਾਡੇ ਵਿਚਾਰਾਂ ਨੇ ਕੁਝ ਨਹੀਂ ਕੀਤਾ, ਪਰ ਰੱਬੀ ਵਿਚਾਰਾਂ ਨੇ ਉਹ ਸਭ ਕਰ ਵਿਖਾਇਆ। ਰਾਈਟ ਭਰਾਵਾਂ ਦਾ ਲਗਭਗ ਬੱਚਿਆਂ ਵਰਗਾ ਇਹ ਵਿਸ਼ਵਾਸ ਸੀ ਕਿ ਉਹ ਇੱਕ ਐਸੀ ਮਸ਼ੀਨ ਬਣਾ ਸਕਦੇ ਹਨ ਜਿਹੜੀ ਉੱਡੇਗੀ। ਉਹਨਾਂ ਦੀ ਪ੍ਰਾਪਤੀ ਦਾ ਧੁਰਾ ਸੀ। ਉਸ ਬਗੈਰ ਕੁਝ ਨਹੀਂ ਸੀ ਹੋ ਸਕਦਾ। ਅਸੀਂ ਭੌਤਿਕਵਾਦੀ ਅਤੇ ਨਾਸਤਿਕ ਇਸ ਵਿਚਾਰ ਨਾਲ ਚੁੰਬੜੇ ਹੋਏ ਸੀ ਕਿ ਆਤਮ ਨਿਰਭਰਤਾ ਸਾਡੀਆਂ ਸਮੱਸਿਆਵਾਂ ਨੂੰ ਹੱਲ ਕਰ ਦੇਵੇਗੀ। ਜਦੋਂ ਦੂਜਿਆਂ ਨੇ ਸਾਨੂੰ ਦਿਖਾਇਆ ਕਿ ਰੱਬ 'ਤੇ ਨਿਰਭਰਤਾ ਉਹਨਾਂ ਲਈ ਕੰਮ ਕਰਦੀ ਹੈ, ਤਾਂ ਅਸੀਂ ਵੀ ਉਹਨਾਂ ਲੋਕਾਂ ਵਾਂਗ ਮਹਿਸੂਸ ਕਰਨ ਲੱਗ ਪਏ ਜਿਨ੍ਹਾਂ ਨੇ ਇਹ ਜਿੱਦ ਕੀਤੀ ਸੀ ਕਿ ਰਾਈਟ ਭਰਾ ਕਦੇ ਵੀ ਨਹੀਂ ਉੱਡ ਸਕਣਗੇ। ਤਰਕ ਵੱਡੀ ਚੀਜ਼ ਹੈ। ਸਾਨੂੰ ਇਹ ਪਸੰਦ ਆਇਆ। ਸਾਨੂੰ ਇਹ ਅਜੇ ਵੀ ਪਸੰਦ ਹੈ। ਸਾਨੂੰ ਤਰਕ ਸ਼ਕਤੀ, ਆਪਣੀ ਚੇਤਨਾ ਦੇ ਪ੍ਰਮਾਣ ਦੀ ਪ੍ਰੀਖਿਆ ਕਰਨ ਦੀ ਅਤੇ ਨਤੀਜੇ ਕੱਢਣ ਦੀ ਸ਼ਕਤੀ ਇੰਤਫਾਕਣ ਹੀ ਨਹੀਂ ਮਿਲੀ। ਇਹ ਮਨੁੱਖਤਾ ਦਾ ਇੱਕ ਸ਼ਾਨਦਾਰ ਕੁਦਰਤੀ ਗੁਣ ਹੈ। ਅਸੀਂ ਭੌਤਿਕਵਾਦ ਵੱਲ ਝੁਕੇ। ਲੋਕ ਉਸ ਪ੍ਰਸਤਾਵ 'ਤੇ ਕਦੇ ਸੰਤੁਸ਼ਟ ਨਹੀਂ ਹੁੰਦੇ ਜਿਹੜੀ ਵਿਵੇਕਪੂਰਨ ਧਾਰਨਾ ਜਾਂ ਵਿਆਖਿਆ ਨਾਲ ਸੰਬੰਧਿਤ ਨਾ ਹੋਵੇ। ਇਸ ਲਈ ਅਸੀਂ ਤਹਿ ਦਿਲੋਂ ਦੱਸਦੇ ਹਾਂ ਕਿ ਅਸੀਂ ਕਿਉਂ ਆਪਣੇ ਹੁਣ ਦੇ ਵਿਸ਼ਵਾਸ ਨੂੰ ਜਾਇਜ਼ ਸਮਝਦੇ ਹਾਂ ਅਤੇ ਸੋਚਦੇ ਹਾਂ ਕਿ ਵਿਸ਼ਵਾਸ ਨਾ ਕਰਨ ਨਾਲੋਂ ਵਿਸ਼ਵਾਸ ਕਰਨਾ ਜ਼ਿਆਦਾ ਅਕਲਮੰਦੀ ਅਤੇ ਤਰਕਸ਼ੀਲ ਹੈ। ਅਤੇ ਅਸੀਂ ਕਿਉਂ ਕਹਿੰਦੇ ਹਾਂ ਕਿ ਸਾਡੀ ਪਹਿਲੇ ਵਾਲੀ ਵਿਚਾਰਧਾਰਾ ਬਹੁਤ ਨਰਮ ਤੇ ਭਾਵੁਕ ਸੀ।
ਜਦੋਂ ਅਸੀਂ ਸ਼ੱਕ ਵਿੱਚ ਆਪਣੇ ਹਥਿਆਰ ਸੁੱਟ ਦਿੱਤੇ ਅਤੇ ਕਿਹਾ ਸਾਨੂੰ ਨਹੀਂ ਪਤਾ। ਜਦ ਅਸੀਂ ਸ਼ਰਾਬੀ ਬਣੇ ਉਦੋਂ ਅਸੀਂ ਆਪਣੀਆਂ ਸਹੇੜੀਆਂ ਮੁਸੀਬਤਾਂ ਦੇ ਭਾਰ ਹੇਠ ਦਬ ਕੇ ਨਾ ਉਹਨਾਂ ਤੋਂ ਬਚ ਸਕੇ ਅਤੇ ਨਾ ਹੀ ਉਹਨਾਂ ਨੂੰ ਟਾਲ ਸਕੇ। ਸਾਨੂੰ ਨਿਡਰ ਹੋ ਕੇ ਇਹ ਸੁਝਾਅ ਦਾ ਸਾਹਮਣਾ ਕਰਨਾ ਪਿਆ ਕਿ ਰੱਬ ਹੀ ਸਭ ਕੁਝ ਹੈ ਜਾਂ ਉਹ ਕੁਝ ਨਹੀਂ। ਰੱਬ ਹੈ ਜਾਂ ਉਹ ਹੈ ਹੀ ਨਹੀਂ। ਸਾਡੀ ਖਾਹਿਸ਼ ਕੀ ਸੀ? ਇਸ ਮੁਕਾਮ ਤੇ ਪਹੁੰਚ ਕੇ ਸਾਨੂੰ ਵਿਸ਼ਵਾਸ ਦੇ ਸਵਾਲ ਦਾ ਇਮਾਨਦਾਰੀ ਨਾਲ ਸਾਹਮਣਾ ਕਰਨਾ ਪਿਆ। ਅਸੀਂ ਇਸ ਮਸਲੇ ਤੋਂ ਬਚ ਨਹੀਂ ਸਕੇ। ਸਾਡੇ ਵਿੱਚੋਂ ਕਈ ਪਹਿਲਾਂ ਤਰਕ ਦੀ ਦੁਨੀਆ ਚੋਂ ਨਿਕਲ ਕੇ ਲੋੜੀਂਦੇ ਵਿਸ਼ਵਾਸ ਦੀ ਮੰਜ਼ਿਲ ਵੱਲ ਕਿਤੇ ਅੱਗੇ ਵੱਧ ਚੁੱਕੇ ਸਨ। ਨਵੀਂ ਦੁਨੀਆ ਦੀ ਤਸਵੀਰ ਅਤੇ ਆਸਾਂ ਨੇ ਥੱਕੀਆਂ ਅੱਖਾਂ ਵਿੱਚ ਚਮਕ ਅਤੇ ਟੁੱਟੇ ਦਿਲਾਂ ਵਿੱਚ ਮੁੜ ਹੌਸਲਾ ਦਿੱਤਾ। ਦੋਸਤਾਨਾ ਹੱਥ ਸਤਿਕਾਰ ਵਜੋਂ ਅੱਗੇ ਵਧੇ। ਅਸੀਂ ਬਹੁਤ ਅਭਾਗੀ ਸਾਂ ਕਿ ਸਾਨੂੰ ਤਰਕ ਇੰਨੀ ਦੂਰ ਲੈ ਆਇਆ, ਪਰ ਅਸੀਂ ਫਿਰ ਵੀ ਮੰਜ਼ਿਲ ਨੂੰ ਪੂਰੀ ਤਰ੍ਹਾਂ ਨਹੀਂ ਪਾ ਸਕੇ। ਸ਼ਾਇਦ ਅਖੀਰਲੇ ਪੜਾਅ 'ਤੇ ਅਸੀਂ ਤਰਕ ਵੱਲ ਬਹੁਤ ਜ਼ਿਆਦਾ ਝੁਕੇ ਰਹੇ ਸੀ ਅਤੇ ਅਸੀਂ ਆਪਣਾ ਇਹ ਸਹਾਰਾ ਨਹੀਂ ਗਵਾਉਣਾ ਚਾਹੁੰਦੇ ਸੀ। ਇਹ ਸੁਭਾਵਿਕ ਹੀ ਸੀ, ਪਰ ਆਓ ਇਸ ਪਹਿਲ ਨੂੰ ਹੋਰ ਧਿਆਨ ਨਾਲ ਵੇਖੀਏ। ਕੀ ਅਣਜਾਣੇ ਹੀ ਇੱਕ ਖਾਸ ਤਰ੍ਹਾਂ ਦਾ ਵਿਸ਼ਵਾਸ ਹੀ ਸਾਨੂੰ ਉਸ ਪੜਾਅ 'ਤੇ ਨਹੀਂ ਲੈ ਆਇਆ ਜਿੱਥੇ ਅਸੀਂ ਖਲੋਤੇ ਸਾਂ? ਕੀ ਹੁਣ ਸਾਨੂੰ ਆਪਣੇ ਤਰਕ 'ਤੇ ਭਰੋਸਾ ਨਹੀਂ ਰਿਹਾ ਸੀ? ਕਿ ਸਾਨੂੰ ਆਪਣੀ ਸੋਚਣ ਦੀ ਕਾਬਲੀਅਤ 'ਤੇ ਭਰੋਸਾ ਨਹੀਂ ਰਿਹਾ ਸੀ? ਉਹ ਸਿਵਾਏ ਵਿਸ਼ਵਾਸ ਤੋਂ ਹੋਰ ਕੀ ਸੀ? ਹਾਂ, ਅਸੀਂ ਵਫਾਦਾਰ ਸੀ ਉਸ ਤਰਕ ਦੇ ਦੇਵਤੇ ਨਾਲ ਚਿੰਬੜੇ ਰਹਿਣ ਦੇ। ਇਸ ਤਰ੍ਹਾਂ ਅਸੀਂ ਪਾਇਆ ਕਿ ਵਿਸ਼ਵਾਸ ਕਿਸੇ ਨਾ ਕਿਸੇ ਰੂਪ ਵਿੱਚ ਹਮੇਸ਼ਾ ਹੀ ਜੁੜਿਆ ਹੁੰਦਾ ਹੈ। ਅਸੀਂ ਪਾਇਆ ਕਿ ਕਦੇ ਅਸੀਂ ਵੀ ਭਗਤ ਹੁੰਦੇ ਸੀ। ਪਤਾ ਨਹੀਂ ਕਿਹੋ ਜਿਹੀ ਮੂਰਖਤਾ ਦਿਮਾਗ 'ਤੇ ਛਾ ਜਾਂਦੀ ਸੀ ਕਿ ਅਸੀਂ ਕਿਸੇ ਨਾ ਕਿਸੇ ਰੂਪ ਵਿੱਚ ਲੋਕਾਂ, ਭਾਵਨਾਵਾਂ, ਚੀਜ਼ਾਂ, ਪੈਸੇ ਜਾਂ ਆਪਣੇ ਆਪ ਦੀ ਪੂਜਾ ਨਹੀਂ ਕੀਤੀ। ਅਤੇ ਕੀ ਅਸੀਂ ਚੰਗੇ ਉਦੇਸ਼ ਨਾਲ ਕਦੇ ਛਿਪਦੇ ਸੂਰਜ, ਸਮੁੰਦਰ ਜਾਂ ਫੁੱਲਾਂ ਨੂੰ ਸ਼ਰਧਾ ਨਾਲ ਨਹੀਂ ਵੇਖਿਆ? ਸਾਡੇ ਵਿੱਚੋਂ ਅਜਿਹਾ ਕੌਣ ਹੈ ਜਿਸ ਨੇ ਕਿਸੇ ਚੀਜ਼ ਜਾਂ ਵਿਅਕਤੀ ਨੂੰ ਪਿਆਰ ਨਾ ਕੀਤਾ ਹੋਵੇ? ਆਖਰ ਇਹਨਾਂ ਭਾਵਨਾਵਾਂ ਦਾ, ਪਿਆਰ ਦਾ, ਪੂਜਾ ਕਰਨ ਦਾ ਨਿਰੋਲ ਤਰਕ ਨਾਲ ਕਿੰਨਾ ਕੁ ਸੰਬੰਧ ਸੀ? ਅਸੀਂ ਆਖਿਰ ਸਮਝ ਗਏ ਕਿ ਬਿਲਕੁਲ ਹੀ ਨਹੀਂ ਸੀ। ਕੀ ਇਹ ਉਹ ਧਾਰਨਾਵਾਂ ਨਹੀਂ ਜਿਨ੍ਹਾਂ 'ਤੇ ਸਾਡਾ ਜੀਵਨ ਆਧਾਰਿਤ ਹੈ? ਫਿਰ ਕੀ ਇਹ ਭਾਵਨਾਵਾਂ ਸਾਡੀ ਹੋਂਦ ਦਾ ਰਸਤਾ ਨਿਰਧਾਰਤ ਨਹੀਂ ਕਰਦੀਆਂ? ਇਹ ਕਹਿਣਾ ਅਸੰਭਵ ਸੀ ਕਿ ਸਾਡੇ ਕੋਲ ਵਿਸ਼ਵਾਸ ਜਾਂ ਪਿਆਰ ਜਾਂ ਭਗਤੀ ਲਈ ਕੋਈ ਥਾਂ ਨਹੀਂ ਸੀ। ਕਿਸੇ ਨਾ ਕਿਸੇ ਰੂਪ ਵਿੱਚ ਅਸੀਂ ਵਿਸ਼ਵਾਸ 'ਤੇ ਹੀ ਜੀ ਰਹੇ ਸੀ ਅਤੇ ਕਿਸੇ ਹੋਰ ਚੀਜ਼ 'ਤੇ ਨਹੀਂ। ਜਰਾ ਸੋਚੋ, ਵਿਸ਼ਵਾਸ ਤੋਂ ਬਿਨਾਂ ਜੀਵਨ ਕੀ ਹੋਣਾ ਸੀ? ਸਿਵਾਏ ਰੋਲ ਤਰਕ ਦੇ ਕੁਝ ਨਾ ਹੁੰਦਾ, ਪਰ ਇਹ ਕੋਈ ਜ਼ਿੰਦਗੀ ਨਾ ਹੁੰਦੀ। ਪਰ ਅਸੀਂ ਜ਼ਿੰਦਗੀ ਵਿੱਚ ਵਿਸ਼ਵਾਸ ਰੱਖਦੇ ਸੀ। ਹਾਂ, ਨਿਸ਼ਚਿਤ ਹਾਂ। ਅਸੀਂ ਜੀਵਨ ਨੂੰ ਉਸ ਤਰ੍ਹਾਂ ਸਾਬਤ ਨਹੀਂ ਕਰ ਸਕਦੇ ਜਿਵੇਂ ਕਿ ਤੁਸੀਂ ਇਹ ਸਾਬਤ ਕਰ ਸਕਦੇ ਹੋ ਕਿ ਦੋ ਬਿੰਦੂਆਂ ਵਿਚਾਲੇ ਘੱਟ ਤੋਂ ਘੱਟ ਫਾਸਲਾ ਇੱਕ ਸਿੱਧੀ ਲਾਈਨ ਹੈ। ਪਰ ਫਿਰ ਵੀ ਇਹ ਜ਼ਿੰਦਗੀ ਹੈ ਤਾਂ ਸੀ। ਕੀ ਅਸੀਂ ਅਜੇ ਵੀ ਇਹ ਕਹਿ ਸਕਦੇ ਸੀ ਕਿ ਸਭ ਕੁਝ ਸਿਵਾਏ ਅਣੂਆਂ ਦੇ ਗੁੱਛੇ ਦੇ ਕੁਝ ਨਹੀਂ, ਜੋ ਕਿਤੋਂ ਵੀ ਨਹੀਂ ਪੈਦਾ ਹੋਏ, ਜਿਨ੍ਹਾਂ ਦਾ ਕੋਈ ਮਤਲਬ ਨਹੀਂ, ਜੋ ਸੁੰਨਤਾਂ ਦੀ ਮੰਜ਼ਿਲ ਵੱਲ ਘੁੰਮੀ ਜਾ ਰਹੇ ਹਨ? ਯਕੀਨਨ ਅਸੀਂ ਇਸ ਤਰ੍ਹਾਂ ਨਹੀਂ ਕਰ ਸਕੇ। ਇਸ ਤਰਕ ਤੋਂ ਕਿਤੇ ਜ਼ਿਆਦਾ ਤਾਂ ਅਣੂ ਆਪ ਹੀ ਸਿਆਣੇ ਜਾਪਦੇ ਸਨ। ਵਿਗਿਆਨੀਆਂ ਨੇ ਸਾਨੂੰ ਇਹੋ ਹੀ ਦੱਸਿਆ। ਇਸ ਲਈ ਅਸੀਂ ਇਹ ਵੇਖਿਆ ਕਿ ਤਰਕ ਹੀ ਸਭ ਕੁਝ ਨਹੀਂ ਹੈ। ਨਾ ਹੀ ਤਰਕ, ਜਿਵੇਂ ਕਿ ਸਾਡੇ ਵਿੱਚੋਂ ਬਹੁਤ ਸਾਰੇ ਇਸਤੇਮਾਲ ਕਰਦੇ ਹਨ, ਪੂਰੀ ਤਰ੍ਹਾਂ ਭਰੋਸੇਯੋਗ ਹੈ। ਭਾਵੇਂ ਇਹ ਸਾਡੇ ਵਧੀਆ ਦਿਮਾਗ ਦੀ ਉਪਜ ਹੀ ਹੈ। ਉਹਨਾਂ ਲੋਕਾਂ ਦਾ ਤਾਂ ਕੀ ਕਹਿਣਾ ਜਿਨ੍ਹਾਂ ਨੇ ਸਾਬਤ ਕੀਤਾ ਸੀ ਕਿ ਮਨੁੱਖ ਕਦੇ ਉੱਡ ਨਹੀਂ ਸਕਦਾ। ਇਸ ਦੇ ਬਾਵਜੂਦ ਅਸੀਂ ਇੱਕ ਹੋਰ ਤਰ੍ਹਾਂ ਦੀ ਉਡਾਨ ਵੇਖਦੇ ਆ ਰਹੇ ਹਾਂ, ਇਸ ਦੁਨੀਆ ਤੋਂ ਅਧਿਆਤਮਿਕ ਆਜ਼ਾਦੀ ਅਤੇ ਲੋਕਾਂ ਦੇ ਆਪਣੀਆਂ ਸਮੱਸਿਆ ਤੋਂ ਉੱਪਰ ਉੱਭਰਨ ਦੀ। ਉਹਨਾਂ ਕਿਹਾ ਕਿ ਰੱਬ ਨੇ ਹੀ ਇਹ ਸਭ ਸੰਭਵ ਕੀਤਾ
ਅਤੇ ਅਸੀਂ ਸਿਰਫ ਮੁਸਕਰਾਏ। ਅਸੀਂ ਅਧਿਆਤਮਿਕ ਮੁਕਤੀ ਵੇਖੀ ਸੀ, ਪਰ ਆਪਣੇ ਆਪ ਨੂੰ ਇਹ ਦੱਸਣਾ ਪਸੰਦ ਕਰਦੇ ਸੀ ਕਿ ਇਹ ਸੱਚ ਨਹੀਂ ਸੀ। ਅਸਲ ਵਿੱਚ ਅਸੀਂ ਆਪਣੇ ਆਪ ਨੂੰ ਮੂਰਖ ਬਣਾ ਰਹੇ ਸੀ, ਕਿਉਂਕਿ ਅੰਦਰੋਂ ਅੰਦਰੀ ਹਰ ਮਨੁੱਖ, ਔਰਤ ਅਤੇ ਬੱਚੇ ਵਿੱਚ ਰੱਬ ਦਾ ਮੂਲ ਵਿਚਾਰ ਹੁੰਦਾ ਹੈ। ਇਹ ਭਾਵੇਂ ਕਿਸੇ ਮੁਸੀਬਤ ਕਾਰਨ ਤੜਕ ਭੜਕ ਕਿਸੇ ਹੋਰ ਚੀਜ਼ਾਂ ਦੀ ਪੂਜਾ ਕਰਕੇ ਧੁੰਦਲੀ ਪੈ ਜਾਵੇ, ਪਰ ਫਿਰ ਵੀ ਇਹ ਧਾਰਨਾ ਕਿਸੇ ਨਾ ਕਿਸੇ ਰੂਪ ਵਿੱਚ ਹੁੰਦੀ ਹੀ ਹੈ, ਕਿਉਂਕਿ ਆਪਣੇ ਤੋਂ ਵੱਡੀ ਸ਼ਕਤੀ ਵਿੱਚ ਵਿਸ਼ਵਾਸ ਅਤੇ ਇਨਸਾਨੀ ਜੀਵਨ ਵਿੱਚ ਉਸ ਸ਼ਕਤੀ ਦੇ ਸਦਕੇ ਚਮਤਕਾਰਾਂ ਦਾ ਹੋਣਾ ਉਹ ਅਸਲੀਅਤ ਹੈ ਜੋ ਇੰਨੀ ਹੀ ਪੁਰਾਣੀ ਹੈ ਜਿੰਨਾ ਕਿ ਮਨੁੱਖ। ਸਾਨੂੰ ਆਖਿਰ ਪਤਾ ਲੱਗਿਆ ਕਿ ਕਿਸੇ ਨਾ ਕਿਸੇ ਕਿਸਮ ਦੇ ਰੱਬ ਵਿੱਚ ਵਿਸ਼ਵਾਸ ਕਰਨਾ ਸਾਡੇ ਵਜੂਦ ਦਾ ਇੱਕ ਹਿੱਸਾ ਸੀ, ਠੀਕ ਓਨਾ ਹੀ ਜਿੰਨੀ ਕਿ ਅਸੀਂ ਇੱਕ ਦੋਸਤ ਪ੍ਰਤੀ ਭਾਵਨਾ ਰੱਖਦੇ ਹਾਂ। ਕਈ ਵਾਰ ਸਾਨੂੰ ਨਿਡਰ ਹੋ ਕੇ ਉਸ ਨੂੰ ਲੱਭਣਾ ਪੈਂਦਾ ਸੀ, ਪਰ ਉਹ ਤਾਂ ਹੈ ਹੀ ਸੀ। ਉਹ ਓਨਾ ਹੀ ਸੱਚ ਸੀ ਜਿੰਨੇ ਕਿ ਅਸੀਂ ਉਸ ਮਹਾਨ ਸੱਚਾਈ ਨੂੰ ਆਪਣੇ ਅੰਦਰ ਪਾਇਆ। ਆਖਰ ਵਿਸ਼ਲੇਸ਼ਣ ਇਹ ਹੈ ਕਿ ਆਪਣੇ ਅੰਦਰ ਹੀ ਰੱਬ ਨੂੰ ਪਾਇਆ ਜਾ ਸਕਦਾ ਹੈ। ਸਾਡੇ ਨਾਲ ਵੀ ਇੰਜ ਹੀ ਹੋਇਆ ਸੀ। ਅਸੀਂ ਕੇਵਲ ਕੁਝ ਆਧਾਰ ਹੀ ਬਣਾ ਸਕਦੇ ਹਾਂ। ਜੇ ਸਾਡਾ ਇਹ ਸਬਕ ਪਹਿਲਾਂ ਬਣੀ ਧਾਰਨਾ ਦਾ ਸਫਾਇਆ ਕਰਨ ਵਿੱਚ ਸਹਾਇਕ ਹੁੰਦਾ ਹੈ, ਤੁਹਾਨੂੰ ਇਮਾਨਦਾਰੀ ਨਾਲ ਸੋਚਣ ਦੇ ਯੋਗ ਬਣਾਉਂਦਾ ਹੈ, ਤੁਹਾਨੂੰ ਮਿਹਨਤ ਨਾਲ ਆਪਣੇ ਅੰਦਰ ਲੱਭਣ ਦਾ ਹੌਸਲਾ ਦਿੰਦਾ ਹੈ, ਤਾਂ ਜੇ ਤੁਸੀਂ ਚਾਹੋ ਤਾਂ ਸਾਡੇ ਨਾਲ ਇਸ ਲੰਬੀ ਯਾਤਰਾ ਵਿੱਚ ਸ਼ਾਮਲ ਹੋ ਸਕਦੇ ਹੋ। ਇਹ ਨਜ਼ਰੀਆ ਰੱਖਦਿਆਂ ਹੋਇਆਂ ਤੁਸੀਂ ਅਸਫਲ ਨਹੀਂ ਹੋ ਸਕਦੇ। ਵਿਸ਼ਵਾਸ ਦੀ ਸੁਚੇਤਤਾ ਯਕੀਨਨ ਹੀ ਪ੍ਰਾਪਤ ਹੋ ਜਾਵੇਗੀ। ਇਸ ਕਿਤਾਬ ਵਿੱਚ ਤੁਸੀਂ ਉਸ ਆਦਮੀ ਦੇ ਤਜਰਬੇ ਬਾਰੇ ਪੜ੍ਹੋਗੇ ਜੋ ਆਪਣੇ ਆਪ ਨੂੰ ਨਾਸਤਿਕ ਸਮਝਦਾ ਸੀ। ਉਸ ਦੀ ਕਹਾਣੀ ਇੰਨੀ ਦਿਲਚਸਪ ਹੈ ਕਿ ਸਾਨੂੰ ਚਾਹੀਦਾ ਹੈ ਕਿ ਉਸ ਦਾ ਕੁਝ ਹਿੱਸਾ ਅਸੀਂ ਹੁਣੀ ਦੱਸੀਏ। ਉਸ ਦੇ ਮਨਾਂ ਵਿੱਚ ਆਇਆ ਗਹਿਰਾ ਬਦਲਾਓ ਠੋਸ ਅਤੇ ਦਿਲ ਹਿਲਾਉਣ ਵਾਲਾ ਸੀ। ਸਾਡਾ ਇਹ ਦੋਸਤ ਇੱਕ ਪਾਦਰੀ ਦਾ ਪੁੱਤਰ ਸੀ। ਉਹ ਗਿਰਜੇ ਦੇ ਸਕੂਲ ਵਿੱਚ ਪੜ੍ਹਦਾ ਸੀ, ਜਿੱਥੇ ਉਹ ਧਾਰਮਿਕ ਵਿੱਦਿਆ ਦੇ ਜ਼ਿਆਦਾ ਥੋਪਣ 'ਤੇ ਵਾਗੀ ਹੋ ਗਿਆ। ਉਸ ਤੋਂ ਬਾਅਦ ਸਾਲਾਂ ਵੱਧੀ ਮੁਸੀਬਤਾਂ ਅਤੇ ਮਾਯੂਸੀਆਂ ਉਸ ਦਾ ਪਿੱਛਾ ਕਰਦੀਆਂ ਰਹੀਆਂ। ਉਸ ਦੇ ਪਰਿਵਾਰ ਵਿੱਚ ਕਾਰੋਬਾਰ ਦਾ ਫੇਲ੍ਹ ਹੋਣਾ, ਪਾਗਲਪਣ, ਘਾਤਕ ਬਿਮਾਰੀ, ਆਤਮ ਹੱਤਿਆ ਵਰਗੀਆਂ ਵਾਪਰੀਆਂ ਦੁਖਦਾਈ ਘਟਨਾਵਾਂ ਨੇ ਉਸ ਨੂੰ ਹੋਰ ਉਦਾਸ ਅਤੇ ਕੁੜਬਾ ਬਣਾ ਦਿੱਤਾ। ਲੜਾਈ ਤੋਂ ਤੁਰੰਤ ਬਾਅਦ ਹੋਈ ਨਿਰਾਸ਼ਾ ਅਤੇ ਹੋਰ ਭਿਆਨਕ ਸ਼ਰਾਬੀਪਣ, ਸਰੀਰ ਅਤੇ ਦਿਮਾਗ ਦੇ ਟਹਿ ਢੇਰੀ ਹੋਣ ਦੀ ਸੰਭਾਵਨਾ ਉਸ ਨੂੰ ਤਬਾਹ ਹੋ ਜਾਣ ਦੇ ਮੋੜ ਤੱਕ ਲੈ ਆਈ। ਇੱਕ ਰਾਤ ਜਦ ਉਹ ਹਸਪਤਾਲ ਵਿੱਚ ਦਾਖਲ ਸੀ ਤਾਂ ਇੱਕ ਅਧਿਆਤਮਿਕ ਤਜਰਬੇ ਵਾਲਾ ਸ਼ਰਾਬੀ ਉਸ ਨੂੰ ਮਿਲਿਆ। ਸਾਡੇ ਇਸ ਦੋਸਤ ਦੀਆਂ ਦੱਬੀਆਂ ਭਾਵਨਾਵਾਂ ਉੱਭਰੀਆਂ ਜਦੋਂ ਉਹ ਜ਼ੋਰ ਨਾਲ ਚਲਾਇਆ, ਜੇ ਰੱਬ ਹੈ ਤਾਂ ਉਸਨੇ ਯਕੀਨਨ ਮੇਰੇ ਲਈ ਕੁਝ ਨਹੀਂ ਕੀਤਾ। ਪਰ ਬਾਅਦ ਵਿੱਚ ਆਪਣੇ ਕਮਰੇ ਵਿੱਚ ਇਕੱਲਿਆਂ ਹੀ ਉਸਨੇ ਆਪਣੇ ਆਪ ਨੂੰ ਇਹ ਸਵਾਲ ਪੁੱਛਿਆ ਕਿ ਇਹ ਸੰਭਵ ਹੈ ਕਿ ਜਿੰਨੇ ਵੀ ਧਾਰਮਿਕ ਲੋਕਾਂ ਨੂੰ ਮੈਂ ਜਾਣਦਾ ਹਾਂ ਉਹ ਸਾਰੇ ਹੀ ਗਲਤ ਹਨ। ਜਦੋਂ ਉਹ ਇਸ ਦੇ ਜਵਾਬ ਬਾਰੇ ਸੋਚ ਰਿਹਾ ਸੀ ਤਾਂ ਉਸ ਨੂੰ ਇੰਜ ਜਾਪਿਆ ਜਿਵੇਂ ਉਹ ਨਰਕ ਵਿੱਚ ਰਹਿ ਰਿਹਾ ਹੋਵੇ। ਫਿਰ ਲਿਸ਼ਕਾਰੇ ਵਾਂਗ ਇੱਕ ਮਹਾਨ ਵਿਚਾਰ ਉੱਭਰਿਆ। ਸਭ ਖਿਆਲਾਂ ਨੂੰ ਛੱਡ ਕੇ ਇੱਕ ਵਿਚਾਰ ਆਇਆ, ਤੂੰ ਇਹ ਗੱਲ ਕਹਿਣ ਵਾਲਾ ਕੌਣ ਹੁੰਦਾ ਹੈ ਕਿ ਰੱਬ ਨਹੀਂ ਹੈ? ਇਹ ਵਿਅਕਤੀ ਦੱਸਦਾ ਹੈ ਕਿ ਉਹ ਬਿਸਤਰੇ ਤੋਂ ਟੱਪ ਕੇ ਆਪਣੇ ਗੋਡਿਆਂ ਭਾਰ ਬੈਠ ਗਿਆ। ਕੁਝ ਹੀ ਪਲਾਂ ਵਿੱਚ ਉਹ ਰੱਬ ਦੇ ਮੌਜੂਦ ਹੋਣ ਦੀ ਧਾਰਨਾ ਪ੍ਰਤੀ ਪੂਰੀ ਤਰ੍ਹਾਂ ਖੁੱਭ ਗਿਆ। ਇਸ ਦਾ ਅਸਰ ਉਸ ਦੇ ਅੰਦਰ ਬਾਹਰ ਹੜ੍ਹ ਦੀ ਇੱਕ ਲਹਿਰ ਵਾਂਗ ਹੋਇਆ। ਉਸ ਦੇ ਆਪਣੇ ਬਣਾਏ ਸਾਲਾਂ ਦੇ ਅੜਿੱਕੇ ਰੁੜ ਗਏ। ਉਹ ਅਨੰਤ ਤਾਕਤ ਅਤੇ ਪਿਆਰ ਦੀ ਹਾਜ਼ਰੀ ਵਿੱਚ ਆ ਖੜਾ ਹੋਇਆ। ਉਹ ਪੁਲ ਪਾਰ ਕਰਕੇ ਕਿਨਾਰੇ ਜਾ ਪੁੱਜਾ। ਉਸਨੇ ਪਹਿਲੀ ਵਾਰ ਆਪਣੇ ਸਿਰਜਣਹਾਰ ਨਾਲ ਸੁਚੇਤ ਸੰਪਰਕ ਅਨੁਭਵ ਕੀਤਾ। ਇਸ ਤਰ੍ਹਾਂ ਸਾਡੇ ਦੋਸਤ ਦੀਆਂ ਜੜ੍ਹਾਂ ਸਥਿਰ ਹੋ ਗਈਆਂ। ਉਸ ਤੋਂ ਬਾਅਦ ਆਏ ਕਿਸਮਤ ਦੇ ਉਤਾਰ ਚੜ੍ਹਾਓ ਉਸ ਨੂੰ ਹਿਲਾ ਨਾ ਸਕੇ। ਉਸ ਦੀ ਸ਼ਰਾਬੀਪਣ ਦੀ ਸਮੱਸਿਆ ਜਾਂਦੀ ਰਹੀ। ਅੱਜ ਤੋਂ ਕਈ ਸਾਲ ਪਹਿਲਾਂ ਉਸੀ ਰਾਤ ਇਹ ਗਾਇਬ ਹੋ ਗਈ।
ਸਿਵਾਏ ਕੁਝ ਪਲਾਂ ਦੇ ਪੀਣ ਦੀ ਹੁੜਕ ਉਸ ਨੂੰ ਕਦੀ ਨਾ ਆਈ ਅਤੇ ਅਜਿਹੇ ਮੌਕਿਆਂ 'ਤੇ ਉਸ ਅੰਦਰ ਚੰਗੇ ਖਿਆਲ ਉੱਠ ਖੜਾਉਂਦੇ। ਇਹ ਸਾਫ਼ ਸੀ ਕਿ ਉਹ ਚਾਹੁਣ ਦੇ ਬਾਵਜੂਦ ਵੀ ਨਹੀਂ ਪੀ ਸਕਦਾ ਸੀ। ਰੱਬ ਨੇ ਉਸ ਦੀ ਸਿਆਣਪ ਵਹਾਲ ਕਰ ਦਿੱਤੀ ਸੀ। ਇਹ ਚਮਤਕਾਰੀ ਰੋਗ ਮੁਕਤੀ ਨਹੀਂ ਹੈ ਤਾਂ ਕੀ ਹੈ? ਫਿਰ ਵੀ ਇਸ ਦਾ ਆਧਾਰ ਬੜਾ ਸਾਦਾ ਹੈ। ਹਾਲਾਤਾਂ ਨੇ ਉਸ ਨੂੰ ਰੱਬ 'ਤੇ ਯਕੀਨ ਕਰਨ ਲਈ ਇੱਛੁਕ ਬਣਾ ਦਿੱਤਾ। ਉਸ ਨੇ ਆਪਣੇ ਆਪ ਨੂੰ ਨਿਮਰਤਾ ਨਾਲ ਆਪਣੇ ਸਿਰਜਣਹਾਰ ਸਾਹਮਣੇ ਸਮਰਪਿਤ ਕੀਤਾ, ਜਿਵੇਂ ਉਹ ਉਦੋਂ ਜਾਣਦਾ ਸੀ। ਇੱਥੋਂ ਤੱਕ ਕਿ ਰੱਬ ਨੇ ਸਾਡੇ ਸਾਰਿਆਂ ਦੀ ਸਹੀ ਸੋਚਣੀ ਬਹਾਲ ਕਰ ਦਿੱਤੀ ਹੈ। ਇਸ ਆਦਮੀ ਨੂੰ ਅਚਾਨਕ ਆਭਾਸ ਹੋਇਆ, ਪਰ ਸਾਡੇ ਵਿੱਚੋਂ ਕਈ ਇਸ ਮੰਜ਼ਿਲ ਵੱਲ ਹੌਲੀ-ਹੌਲੀ ਵਧਦੇ ਹਨ। ਪਰ ਰੱਬ ਉਹਨਾਂ ਸਾਰਿਆਂ ਨੂੰ ਮਿਲਿਆ ਹੈ ਜਿਨ੍ਹਾਂ ਨੇ ਉਸ ਨੂੰ ਇਮਾਨਦਾਰੀ ਨਾਲ ਭਾਲਿਆ ਹੈ। ਜਿਵੇਂ ਹੀ ਅਸੀਂ ਰੱਬ ਦੇ ਨੇੜੇ ਗਏ, ਉਸ ਨੇ ਆਪਣੇ ਆਪ ਨੂੰ ਪ੍ਰਗਟਾਇਆ।